ਤਖਤ ਚਬਰ ਛਤਰ ਦੇ ਮਾਲਕ, ਜੁਗ ਜੁਗ ਅਟਲ। ਪਤਿਤ ਪਾਵਨ ਭਗਤ ਵਛਲ, ਕਰਨਾ ਨਿਧਾਨ ਅੰਤਰਜਾਮੀ। ਸ਼ਬਦ ਗੁਰ ਪੀਰਾ ਕਹਿਰ ਕਬੀਰਾ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਸਾਜੀ ਨਿਵਾਜੀ, ਪਰਮ ਸਨਮਾਨ ਜੋਗ। ਗੁਰੂ ਰੂਪ ਖਾਲਸਾ ਸਾਧ ਸੰਗਤ। ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਹਜ਼ੂਰੀ ਅੰਦਰ ਸਾਜ ਰਹੇ ਦੀਵਾਨ ਵਿੱਚ ਆਪ ਸਭ ਸੰਗਤ ਨੇ ਸਤਿਗੁਰੂ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ। ਅੰਮ੍ਰਿਤ ਬਾਣੀ ਨਿਤਨੇਮ ਸੇਵਾ ਸਿਮਰਨ ਵਿੱਚ ਜੁੜ ਕਰਕੇ ਆਪਣੇ ਜੀਵਨ ਦਾ ਮਹਾਨ ਲਾਹਾ ਪ੍ਰਾਪਤ ਕੀਤਾ, ਆਨੰਦ ਮਾਣਿਆ। ਸਤਿਗੁਰੂ ਮਹਾਰਾਜ ਜੀ ਨੇ ਅੰਮ੍ਰਿਤ ਬਾਣੀ ਅੰਦਰ ਲੜੀਵਾਰ ਕਥਾ ਅੰਦਰ ਸਾਡੇ ਸਮੂਹ ਜੀਵਾਂ ਦੇ ਕਲਿਆਣ ਵਾਸਤੇ ਉਪਦੇਸ਼ ਬਖਸ਼ੇ ਹਨ। ਸਾਧ ਸੰਗਤ, ਅੱਜ 7ਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣਾ ਅਤੇ 8ਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਹਾੜਾ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਦਾ ਅਵਤਾਰ ਪ੍ਰਕਾਸ਼ 1630 ਈਸਵੀ ਨੂੰ ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਕੀਰਤਪੁਰ ਸਾਹਿਬ ਵਿਖੇ ਹੋਇਆ। ਜਿਸ ਸਮੇਂ ਬਾਬਾ ਗੁਰਦਿੱਤਾ ਜੀ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਹੁਕਮ ਨਾਲ ਕੀਰਤਪੁਰ ਸਾਹਿਬ ਵਿਖੇ ਆਏ ਹਨ ਔਰ ਇਹ ਨਗਰ ਵਸਾਉਣਾ ਕੀਤਾ ਹੈ। ਬਾਬਾ ਗੁਰਦਿੱਤਾ ਜੀ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵੱਡੇ ਸਪੁੱਤਰ ਹਨ। ਆਪ ਜੀ ਦੇ ਘਰ ਪਹਿਲਾਂ ਬਾਬਾ ਧੀਰਮਲ ਨੇ ਜਨਮ ਲੈਣਾ ਕੀਤਾ ਸੀ ਔਰ ਦੂਸਰੇ ਸਪੁੱਤਰ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ। ਜਦੋਂ ਸਤਿਗੁਰਾਂ ਦਾ ਪ੍ਰਕਾਸ਼ ਹੋਇਆ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਸ ਸਮੇਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਨ। ਸਤਿਗੁਰੂ ਮਹਾਰਾਜ ਜੀ ਨੂੰ ਇੱਕ ਗੁਰਸਿੱਖ ਨੇ ਪਹੁੰਚ ਕਰਕੇ ਬੇਨਤੀ ਕੀਤੀ। ਸਤਿਗੁਰੂ ਮਹਾਰਾਜ ਜੀ ਫੌਜਾਂ ਦੇ ਸਮੇਤ ਸ੍ਰੀ ਕੀਰਤਪੁਰ ਸਾਹਿਬ ਗਏ ਅਤੇ ਆਪਣੇ ਪੋਤਰੇ ਦੇ ਦਰਸ਼ਨ ਕੀਤੇ ਔਰ ਇਹ ਬਚਨ ਕੀਤਾ, ਅਗੰਮੀ ਬਚਨ, ਵੱਡੀ ਵਸਤੂ ਦਾ ਮਾਲਕ ਆਇਆ ਹੈ, ਧਰਤੀ ਦਾ ਭਾਰ ਹੌਲਾ ਕਰੇਗਾ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਦੋਂ ਯੁੱਧਾਂ ਤੋਂ
ਵਿਹਲੇ ਹੋਏ ਹਨ ਤੇ ਆਪ ਜੀ ਕਰਤਾਰਪੁਰ ਤੋਂ ਸਾਹਿਬ ਸਿੱਧਾ ਕੀਰਤਪੁਰ ਸਾਹਿਬ ਪਹੁੰਚੇ। ਬਾਕੀ ਜੀਵਨ ਮਹਾਰਾਜ ਜੀ ਨੇ ਇੱਥੇ ਬਤੀਤ ਕੀਤਾ। ਬਾਬਾ ਗੁਰਦਿੱਤਾ ਜੀ ਸਤਿਗੁਰਾਂ ਦੇ ਭਾਣੇ ਵਿੱਚ ਸਰੀਰ ਤਿਆਗ ਗਏ ਸਨ ਤੇ ਉਹਦਾ ਕਾਰਨ ਬਾਬਾ ਜੀ ਤੋਂ ਇੱਕ ਗਊ ਜਿਉਂਦੀ ਹੋ ਗਈ ਸੀ। ਮਰੀ ਹੋਈ ਗਊ ਜਿਉਂਦੀ ਕਰ ਦਿੱਤੀ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ ਕਿ ਇਹ ਗੁਰੂ ਘਰ ਦੀ ਮਰਿਆਦਾ ਤੋਂ ਉਲਟ ਹੈ, ਇਸ ਲਈ ਜਾਂ ਤਾਂ ਅਸੀਂ ਸਰੀਰ ਤਿਆਗ ਦਿੰਦੇ ਹਾਂ ਜਾਂ ਤੁਸੀਂ ਤਿਆਗ ਦਿਓ, ਕਿਉਂਕਿ ਹੁਣ ਲੋਕਾਂ ਨੇ ਤੁਹਾਡੀ ਮੰਨਤਾ ਸ਼ੁਰੂ ਕਰ ਦੇਣੀ ਹੈ ਔਰ ਕਈ ਤਰ੍ਹਾਂ ਦੇ ਨਾਲ ਤੁਹਾਨੂੰ ਕਹਿ ਕਰਕੇ ਇਸੇ ਤਰ੍ਹਾਂ ਹੀ ਕਰਵਾਉਣਾ ਕਰਨਗੇ। ਗਊ ਵੀ ਸਾਧ ਸੰਗਤ ਬਾਬਾ ਗੁਰਦਿੱਤਾ ਜੀ ਜਿਉਂਦਾ ਨਹੀਂ ਸੀ ਕਰਦੇ, ਪਰ ਸਿੱਖਾਂ ਨੇ ਬਹੁਤੀਆਂ ਬੇਨਤੀਆਂ ਕੀਤੀਆਂ, ਫਿਰ ਬਾਬਾ ਜੀ ਨੇ ਬਚਨ ਮੰਨਿਆ ਸੀ। ਸਤਿਗੁਰੂ ਮਹਾਰਾਜ ਜੀ ਦਾ ਹੁਕਮ ਜਾਣ ਕੇ ਬਾਬਾ ਗੁਰਦਿੱਤਾ ਜੀ ਨੇ ਜਿੱਥੇ ਪਹਾੜੀ ਤੇ ਕੀਰਤਪੁਰ ਸਾਹਿਬ ਅਸਥਾਨ ਬਣਿਆ ਹੈ, ਇੱਥੇ ਆਪਣਾ ਸਰੀਰ ਤਿਆਗ ਦਿੱਤਾ ਸੀ। ਉਸ ਸਮੇਂ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੀ ਅਵਸਥਾ ਬਹੁਤ ਛੋਟੀ ਸੀ, ਉਮਰ ਬਹੁਤ ਛੋਟੀ ਸੀ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਫਿਰ ਆਪ ਬੜੇ ਧਿਆਨ ਦੇ ਨਾਲ ਸਤਿਗੁਰੂ ਮਹਾਰਾਜ ਜੀ ਨੂੰ ਵਿੱਦਿਆ ਸਿਖਾਉਣਾ ਕੀਤੀ, ਸ਼ਾਸਤਰ ਵਿੱਦਿਆ ਔਰ ਸ਼ਾਸਤਰ ਵਿੱਦਿਆ। ਫਿਰ ਆਪਣੇ ਕੋਲ ਰਹਿ ਕਰਕੇ ਧਿਆਨ ਦੇ ਨਾਲ ਪਾਲਣਾ ਕੀਤੀ, ਕਈ ਤਰ੍ਹਾਂ ਦੇ ਨਾਲ ਸਿੱਖਿਆ ਦਿੱਤੀ। ਜਦੋਂ ਆਪ ਜੀ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਸੱਚਖੰਡ ਜਾਣ ਦਾ ਸਮਾਂ ਆਇਆ ਤੇ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਤਖਤ ਬਖਸ਼ਣਾ ਕੀਤਾ। ਹੁਕਮ ਇਹ ਸੀ ਕਿ ਤੁਸੀਂ ਆਪਣੇ ਕੋਲ 2200 ਘੋੜ ਸਵਾਰ ਤਿਆਰ ਬਰ ਤਿਆਰ ਰੱਖਣਾ ਹੈ, ਪਰ ਯੁੱਧ ਨਹੀਂ ਕਰਨਾ। ਜਿਹੜਾ ਚੜ੍ਹ ਕੇ ਆਵੇਗਾ ਉਹ ਆਪਣੇ ਆਪ ਹੀ ਰਸਤੇ ਵਿੱਚ ਖੱਪ ਜਾਵੇਗਾ, ਮੁੱਕ ਜਾਏਗਾ। ਇਸੇ ਤਰ੍ਹਾਂ ਹੀ ਇਤਿਹਾਸ ਵਿੱਚ ਹੋਇਆ। ਕਈ ਵਾਰ ਜ਼ਾਲਮਾਂ ਨੇ, ਦੁਸ਼ਮਣਾਂ ਨੇ ਗੁਰੂ ਘਰ ਦੀ ਫੌਜਾਂ ਚੜ੍ਹਾ ਕੇ ਲਿਆਂਦੀਆਂ, ਪਰ ਰਸਤੇ ਵਿੱਚ ਹੀ ਸਾਧ ਸੰਗਤ ਮੁੱਕ ਜਾਇਆ ਕਰਦੇ ਸਨ, ਖਤਮ ਹੋ ਜਾਂਦੀ ਸੀ। ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਫਿਰ ਕੀਰਤਪੁਰ ਸਾਹਿਬ ਵਿਖੇ ਬਹੁਤ ਵੱਡਾ ਬਾਗ ਵੀ ਲਵਾਉਣਾ ਕੀਤਾ, ਜਿਹਨੂੰ 9 ਲੱਖਾ ਬਾਗ ਆਖਿਆ ਜਾਂਦਾ ਹੈ। ਬਹੁਤ ਵੱਡਾ ਦਵਾਖਾਨਾ ਸੀ ਜਿੱਥੇ ਰੋਗੀਆਂ ਦੇ, ਮਰੀਜ਼ਾਂ ਦੇ ਇਲਾਜ ਹੁੰਦੇ ਸਨ। ਬਾਣੀ ਦਾ ਬਹੁਤ ਸਤਿਕਾਰ ਕਰਦੇ ਸੀ। ਇੱਕ ਸਮੇਂ ਕੁਝ ਗੁਰਸਿੱਖ ਬਾਣੀ ਪੜ੍ਹਦੇ ਆ ਰਹੇ ਸੀ। ਸਤਿਗੁਰੂ ਮਹਾਰਾਜ ਜੀ ਆਪਣੇ ਪਾਵਨ ਤਖਤ ਤੇ ਬੈਠੇ ਹੋਏ ਆਰਾਮ ਕਰ ਰਹੇ ਸਨ। ਜਦੋਂ ਬਾਣੀ ਦੀ ਧੁਨ ਕੰਨਾਂ ਵਿੱਚ ਪਈ, ਇੱਕੇ ਦਮ ਉੱਠੇ। ਉੱਠਣ ਲੱਗਿਆਂ ਸਤਿਗੁਰਾਂ ਦੇ ਗੋਡੇ ਨੂੰ ਸੱਟ ਵੱਜ ਗਈ। ਉੱਧਰੋਂ ਜਿਹੜੇ ਬਾਣੀ ਪੜ੍ਹਦੇ ਸਿੱਖ ਆ ਰਹੇ ਸੀ, ਉਹਨਾਂ ਨੇ ਆ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ, ਬਾਣੀ ਦਾ ਪਾਠ ਸੰਪੂਰਨ ਕੀਤਾ। ਜਿਹੜੇ ਸਤਿਗੁਰਾਂ ਦੇ ਕੋਲ ਸਿੱਖ ਬੈਠੇ ਸਨ, ਉਹਨਾਂ ਨੇ ਪ੍ਰਸ਼ਨ ਕੀਤਾ, ਮਹਾਰਾਜ ਜੀ ਆਪ ਜੀ ਇੰਨਾ ਕਾਹਲੀ ਦੇ ਨਾਲ ਕਿਉਂ ਉੱਠਣਾ ਕੀਤਾ? ਸਤਿਗੁਰਾਂ ਨੇ ਬਚਨ ਕੀਤਾ, ਭਾਈ ਅਸੀਂ ਇਹਨਾਂ ਗੁਰਸਿੱਖਾਂ ਦੀ ਰਸਨਾ ਤੋਂ ਜਦੋਂ ਬਾਣੀ ਸਰਵਣ ਕੀਤੀ, ਬਾਣੀ ਦੇ ਸਤਿਕਾਰ ਵਿੱਚ ਉੱਠਣਾ ਕੀਤਾ।
ਸਿੱਖ ਕਹਿਣ ਲੱਗੇ, ਮਹਾਰਾਜ ਆਪ ਜੀ ਤਾਂ ਪ੍ਰਤੱਖ ਗੁਰੂ ਸਾਹਿਬ ਹੋ, ਤਖ਼ਤਾਂ ਤੇ ਵਿਰਾਜਮਾਨ ਹੋ। ਤਦੋਂ ਸਤਿਗੁਰੂ ਜੀ ਨੇ ਬਚਨ ਕੀਤਾ, ਭਾਈ ਸਿੱਖ ਨੇ ਬਾਣੀ ਦਾ ਸਤਿਕਾਰ ਕਰਨਾ ਹੈ ਔਰ ਅਸੀਂ ਬਾਣੀ ਦਾ ਸਤਿਕਾਰ ਸਿਖਾਉਣਾ ਹੈ। ਇਸ ਲਈ ਸਭ ਤੋਂ ਪਹਿਲਾਂ ਬਾਣੀ ਦਾ ਸਤਿਕਾਰ ਜ਼ਰੂਰੀ ਹੈ, ਅਦਬ ਰੱਖਣਾ ਹੈ ਸਿੱਖ ਨੇ। ਜਿਹੜਾ ਬਾਣੀ ਦਾ ਅਦਬ ਨਹੀਂ ਰੱਖੇਗਾ ਉਹ ਸਾਡਾ ਸਿੱਖ ਨਹੀਂ। ਜਦੋਂ ਰਾਮ ਰਾਏ ਸਤਿਗੁਰਾਂ ਦੇ ਹੁਕਮ ਦੇ ਨਾਲ ਦਿੱਲੀ ਗਿਆ ਹੈ ਔਰ ਇਹਨਾਂ ਨੇ ਸਾਧ ਸੰਗਤ 72 ਕਰਾਮਾਤਾਂ ਦਿਖਾਈਆਂ ਸੀ ਔਰ ਜਦੋਂ ਬਾਣੀ ਦੀ ਪੰਗਤੀ ਬਦਲ ਦਿੱਤੀ ਜ਼ਬਾਨੀ, ਔਰੰਗਜ਼ੇਬ ਦੀ ਖੁਸਾਮਤ ਬਣ ਕਰਕੇ, ਭੈ ਵਿੱਚ ਆ ਕਰਕੇ ਮਿੱਟੀ ਮੁਸਲਮਾਨ ਕੀ ਤੋਂ ਮਿੱਟੀ ਬੇਈਮਾਨ ਕੀ ਕਰ ਦਿੱਤਾ। ਸਤਿਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਨੇ ਉਸੇ ਦਿਨ ਤੋਂ ਇਸ ਨੂੰ ਕਿਹਾ ਕਿ ਤੂੰ ਸਾਡਾ ਪੁੱਤਰ ਨਹੀਂ ਹੈ, ਜਿੱਧਰ ਤੇਰਾ ਮੁਖ ਹੈ ਉਧਰ ਚਲੇ ਜਾਵੇ। ਆਪਣੇ ਤੋਂ ਪਾਸੇ ਕਰ ਦਿੱਤਾ ਸੀ, ਗੁਰਬਾਣੀ ਦਾ ਅਦਬ ਰੱਖਣ ਵਾਸਤੇ, ਸਾਨੂੰ ਸਿਖਾਉਣ ਵਾਸਤੇ। ਹੋਰ ਬੇਅੰਤ ਸਾਖੀਆਂ ਸਤਿਗੁਰਾਂ ਜੀਵਨ ਵਿੱਚ ਆਉਂਦੀਆਂ ਨੇ, ਜਿੱਥੇ ਮਹਾਰਾਜ ਜੀ ਨੇ ਔਰੰਗਜ਼ੇਬ ਦੇ ਸਕੇ ਭਰਾ ਦਾਰਸ ਕੋ ਇਸ ਦਾ ਇਲਾਜ ਵੀ ਕੀਤਾ ਸੀ। ਫਿਰ ਸਤਿਗੁਰੂ ਮਹਾਰਾਜ ਜੀ ਜੋ ਵੀ ਸ਼ਰਨ ਆਉਂਦਾ ਸੀ ਉਹਦੇ ਤੇ ਬੇਅੰਤ ਬਖਸ਼ਿਸ਼ਾਂ ਕਰਦੇ। ਇੱਕ ਸਮੇਂ ਇੱਕ ਸਿੱਖ ਨੇ ਸਤਿਗੁਰੂ ਸਾਹਿਬਾਂ ਨੂੰ ਆ ਕੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ 2 ਸਾਹਿਬਜ਼ਾਦੇ ਹਨ, ਵੱਡੇ ਬਾਬਾ ਰਾਮ ਰਾਏ, ਛੋਟੇ ਸ੍ਰੀ ਹਰਿਕ੍ਰਿਸ਼ਨ ਸਾਹਿਬ। ਦੋਹੇ ਸਾਹਿਬਜ਼ਾਦੇ ਬੜੇ ਪਿਆਰੇ ਹਨ, ਬਾਣੀ ਪੜ੍ਹਦੇ ਨੇ, ਅਦਬ ਵਿੱਚ ਹਨ। ਸਤਿਗੁਰੂ ਮਹਾਰਾਜ ਜੀ, ਮੇਰਾ ਮਨ ਚਾਹੁੰਦਾ ਹੈ ਕਿ ਕਿਹੜਾ ਸਾਹਿਬਜ਼ਾਦਾ ਗੁਰਤਾ ਗੱਦੀ ਤੇ ਬਿਰਾਜਮਾਨ ਹੋਵੇਗਾ, ਕਿਉਂਕਿ ਅਸੀਂ ਸਿੱਖ ਬੜੀ ਦੂਰੋਂ ਆਉਂਦੇ ਹਾਂ, ਮਹੀਨਿਆਂ ਸਾਲਾਂ ਬੱਧੀ ਕਿਤੇ ਆਇਆ ਜਾਂਦਾ ਹੈ। ਮੈਨੂੰ ਪਤਾ ਲੱਗ ਜਾਵੇ, ਮੇਰਾ ਮਨ ਚਾਹੁੰਦਾ ਹੈ ਕਿ ਕਿਹੜਾ ਸਾਹਿਬਜ਼ਾਦਾ ਗੁਰਤਾ ਗੱਦੀ ਤੇ ਬਿਰਾਜਮਾਨ ਹੋਵੇਗਾ, ਕਿਹੜਾ ਸਾਹਿਬਜ਼ਾਦਾ ਤੁਹਾਨੂੰ ਜ਼ਿਆਦਾ ਪਿਆਰਾ ਹੈ। ਸਤਿਗੁਰੂ ਹਰਿ ਰਾਏ ਸਾਹਿਬ ਮਹਾਰਾਜ ਬਚਨ ਕੀਤਾ, ਸਿੱਖਾ ਇਹ ਜਿਹੜੀ ਦਾਤ ਹੈ ਇਹ ਵਾਹਿਗੁਰੂ ਵੱਲੋਂ ਪ੍ਰਾਪਤ ਹੁੰਦੀ ਹੈ ਧੁਰੋਂ, ਪਰ ਤੂੰ ਬੜੀ ਭਾਵਨਾ ਦੇ ਨਾਲ ਇਹ ਬੇਨਤੀ ਕੀਤੀ ਹੈ, ਇਸ ਲਈ ਤੈਨੂੰ ਅਸੀਂ ਦੱਸਦੇ ਹਾਂ ਕਿ ਜਦੋਂ ਕੱਲ੍ਹ ਨੂੰ ਅੰਮ੍ਰਿਤ ਵੇਲੇ ਸਾਹਿਬਜ਼ਾਦੇ ਗੁਰਬਾਣੀ ਦਾ ਪਾਠ ਕਰਦੇ ਹੋਣਗੇ, ਉਸ ਸਮੇਂ ਉਹਨਾਂ ਦੇ ਕੋਲ ਇੱਕ ਸੂਈ ਲੈ ਕੇ ਜਾਵੀਂ। ਕੋਈ ਸਮਾਂ ਬਾਣੀ ਪੜ੍ਹ ਕੇ ਫਿਰ ਜਿਸ ਪਲੰਘ ਤੇ ਜਿਹੜਾ ਸਾਹਿਬਜ਼ਾਦਾ ਬੈਠ ਕੇ ਬਾਣੀ ਦਾ ਪਾਠ ਕਰੇਗਾ, ਉਸ ਪਲੰਘ ਦੇ ਪਾਵੇ ਨੂੰ ਤੂੰ ਸੂਈ ਝੁਕਾਉਣੀ, ਫਿਰ ਸਾਨੂੰ ਆ ਕੇ ਦੱਸੀ। ਇਸ ਸਿੱਖ ਨੇ ਅਗਲੇ ਦਿਨ ਅੰਮ੍ਰਿਤ ਵੇਲੇ ਪਹਿਲਾਂ ਜਿੱਥੇ ਬਾਬਾ ਰਾਮ ਰਾਏ ਜੀ ਬਾਣੀ ਦਾ ਪਾਠ ਕਰਦੇ ਸਨ ਉੱਥੇ ਚਲਿਆ ਗਿਆ, ਬੈਠ ਕੇ ਬਾਣੀ ਦਾ ਪਾਠ ਸੁਣਿਆ। ਫਿਰ ਅਦਬ ਨਾਲ ਉੱਠ ਕਰਕੇ ਉਸ ਪੀੜੇ ਦੇ ਪਾਵੇ ਨੂੰ ਸੂਈ ਚੁਭਾਈ, ਪਰ ਉਹ ਚੁਭੇ ਨਾ। ਸਾਧ ਸੰਗਤ ਬੜੀ ਕੋਸ਼ਿਸ਼ ਕੀਤੀ, ਫਿਰ ਨਮਸਕਾਰ ਕਰਕੇ ਉੱਠ ਕੇ ਆ ਗਏ ਜਿੱਥੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਪਾਠ ਕਰ ਰਹੇ ਸਨ। ਉੱਥੇ ਆ ਕਰਕੇ ਇਸ ਸਿੱਖ ਨੇ ਪੀੜੇ ਦੇ ਪਾਵੇ ਨੂੰ ਜਦੋਂ ਸੂਈ ਝੁਭੋਈ
ਤਾਂ ਉਹ ਸਾਧ ਸੰਗਤ ਇਸ ਤਰ੍ਹਾਂ ਪਾਵੇ ਦੇ ਵਿੱਚ ਚਲੀ ਗਈ ਜਿਵੇਂ ਮੋਮ ਦੇ ਵਿੱਚ ਸੂਈ ਚੁੱਭ ਜਾਂਦੀ ਹੈ। ਸਿੱਖ ਨੇ ਕਈ ਵਾਰ ਦੇਖਿਆ, ਬੜਾ ਹੈਰਾਨ ਹੋ ਗਿਆ, ਤਸੱਲੀ ਹੋ ਗਈ। ਸਤਿਗੁਰੂ ਹਰਿ ਰਾਇ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ ਔਰ ਸਾਰੀ ਵਾਰਤਾ ਦੱਸਣਾ ਕੀਤੀ। ਮੈਂ ਇਸ ਤਰ੍ਹਾਂ ਕੀਤਾ ਤੇ ਮਹਾਰਾਜ ਤੁਹਾਡਾ ਜਿਹੜਾ ਛੋਟਾ ਸਾਹਿਬਜ਼ਾਦਾ ਹੈ ਨਾ, ਉਹਦੇ ਪੀੜੇ ਦੇ ਪਾਵੇ ਨੂੰ ਸੂਈ ਇਸ ਤਰ੍ਹਾਂ ਚੁੱਭ ਗਈ ਜਿਵੇਂ ਮੋਮ ਦੇ ਵਿੱਚ ਸੂਈ ਚਲੀ ਜਾਂਦੀ ਹੈ, ਚੁੱਭ ਜਾਂਦੀ ਹੈ। ਤਦੋਂ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ, ਜਿਹੜਾ ਰਾਮ ਰਾਏ ਹੈ ਉਹ ਤਾਂ ਬਾਣੀ ਪੜ੍ਹਦਾ ਹੈ ਤੇ ਜਿਹੜਾ ਸ੍ਰੀ ਹਰਿਕ੍ਰਿਸ਼ਨ ਸਾਹਿਬ ਹੈ ਉਹ ਬਾਣੀ ਗੁੜਦਾ ਹੈ, ਦਰਬਦਾ ਹੈ, ਬਾਣੀ ਵਿੱਚ ਹੀ ਬਾਣੀ ਦਾ ਰੂਪ ਹੋ ਜਾਂਦਾ ਹੈ। ਉਸ ਸਮੇਂ ਸਿੱਖ ਨੂੰ ਸਮਝ ਪੈ ਗਈ ਕਿ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਤੋਂ ਅੱਗੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਗੁਰਤਾ ਗਦੀ ਤਖਤ ਤੇ ਬਿਰਾਜਮਾਨ ਹੋਣਗੇ। ਦੇਖੋ ਸਾਧ ਸੰਗਤ, ਜਿਹੜਾ ਦਰਵਣਾ ਹੈ ਨਾ, ਇਹ ਰੂਹਾਨੀਅਤ ਗੁਣ ਹੈ। ਅਸੀਂ ਇਸ ਬਾਣੀ ਤਾਂ ਸਾਰੇ ਪੜ੍ਹਦੇ ਹਾਂ ਭਾਈ, ਪਰ ਬਾਣੀ ਪੜ੍ਹਦਿਆਂ ਮਨ ਇਕਾਗਰ ਹੋ ਜਾਵੇ, ਬਾਣੀ ਪੜ੍ਹਦਿਆਂ ਮਨ ਵਿੱਚ ਰਸ ਬਣ ਜੇ, ਬਾਣੀ ਮਨ ਨੂੰ ਸਮਝ ਆਵੇ, ਬਾਣੀ ਦਾ ਮਨ ਤੇ ਅਸਰ ਪਵੇ। ਜਿੱਥੇ ਮਹਾਰਾਜ ਬਚਨ ਕਰਦੇ, ਅਨਕ ਯਤਨ ਕਰ ਆਤਮ ਨਹੀਂ ਦਰਵੈ, ਹਰ ਦਰਗਹਿ ਕਹੋ ਕੈਸੇ ਕਵੈ। ਅਨੇਕਾਂ ਯਤਨਾਂ ਕਰਨ ਦੇ ਨਾਲ ਵੀ ਜਿਹੜੀ ਸਾਡਾ ਆਤਮ ਨਾਮ ਮਨ ਦਾ ਹੈ, ਮਨ ਦਰਵਦਾ ਨਹੀਂ ਹੈ, ਪ੍ਰਸੰਨ ਨਹੀਂ ਹੁੰਦਾ, ਮੰਨਦਾ ਨਹੀਂ ਗੁਰੂ ਤੇ। ਹੁਣ ਬਾਣੀ ਤਾਂ ਪੜ੍ਹ ਲਈ ਪਰ ਮੰਨਿਆ ਨਹੀਂ, ਧਾਰਨ ਨਹੀਂ ਕੀਤਾ। ਤੇ ਮਹਾਰਾਜ ਕਹਿੰਦੇ ਜਿਹੜਾ ਦਰਵਿਆ ਨਹੀਂ ਹੈ ਉਹ ਫਿਰ ਦਰਗਾਹ ਵਿੱਚ ਕਿਵੇਂ ਪਹੁੰਚੇਗਾ, ਮੁਕਤ ਕਿਵੇਂ ਹੋਵੇਗਾ, ਸੱਚਖੰਡ ਕਿਵੇਂ ਜਾਵੇਗਾ। ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਅੱਜ ਦੇ ਦਿਨ 1718 ਬਿਕਰਮੀ ਸੰਮਤ, ਕਹਿ ਲਈਏ 1761, ਜਿਹੜਾ ਸਾਧ ਸੰਗਤ ਸਤਿਗੁਰੂ ਮਹਾਰਾਜ ਜੀ ਨੇ ਅੱਜ ਦੇ ਦਿਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਤਖਤ ਬਖਸ਼ਣਾ ਕੀਤਾ। ਔਰ ਇਸ ਤਰ੍ਹਾਂ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਅੱਜ ਦੇ ਦਿਨ ਸ੍ਰੀ ਕੀਰਤਪੁਰ ਸਾਹਿਬ ਵਿਖੇ, ਪਤਾਲਪੁਰੀ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ। ਜਿੱਥੇ ਅਸੀਂ ਕੀਰਤਪੁਰ ਸਾਹਿਬ ਜਾਂਦੇ ਹਾਂ ਨਾ, ਇੱਥੇ ਸਾਧ ਸੰਗਤ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜੋਤੀ ਜੋਤ ਸਮਾਉਣਾ ਕੀਤਾ ਹੈ। ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਵੀ ਇੱਥੇ ਜੋਤੀ ਜੋਤ ਸਮਾਉਣਾ ਕੀਤਾ ਹੈ। ਇਹ ਸਾਨੂੰ ਉੱਥੋਂ ਦਾ ਇਤਿਹਾਸ ਪਤਾ ਹੋਣਾ ਚਾਹੀਦਾ ਹੈ। ਔਰ ਜਿੱਥੇ ਅਸੀਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ, ਇੱਥੇ ਛੇਵੇਂ ਪਾਤਸ਼ਾਹ ਜੀ ਨੇ ਇੱਕ ਉਸ ਸਮੇਂ ਬਹੁਤ ਸੁੰਦਰ ਕੱਚਾ ਕਮਰਾ ਬਣਵਾਇਆ ਸੀ, ਜਿੱਥੇ ਮਹਾਰਾਜ ਜੀ ਕੁਝ ਦਿਨ ਵਾਸਤੇ ਅੰਦਰ ਮਹਾਰਾਜ ਚਲੇ ਗਏ ਸਨ, ਸਮਾਧੀ ਲਾ ਲੈਣਾ ਕੀਤੀ ਸੀ। ਔਰ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਫਿਰ ਆਪਣੇ ਹੱਥੀਂ ਦਰਵਾਜ਼ਾ ਖੋਲ੍ਹਿਆ। ਜੋ ਦਰਵਾਜ਼ਾ ਖੋਲ੍ਹਿਆ, ਦੇਖਿਆ ਕਿ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸੱਚਖੰਡ ਚਲੇ ਗਏ ਨੇ ਔਰ ਸਤਿਗੁਰਾਂ ਦਾ ਕੇਵਲ ਪੰਜ ਭੌਤਿਕ ਸਰੀਰ ਹੀ ਹੈ। ਫਿਰ ਇੱਥੇ ਹੀ ਮਹਾਰਾਜ ਜੀ ਦੇ ਪਾਵਨ ਸਰੀਰ ਦਾ ਜੋ ਸੰਸਕਾਰ ਕਰਨਾ ਕੀਤਾ, ਚੰਦਨ ਦੀਆਂ ਲੱਕੜਾਂ ਤੇ ਰੱਖ ਕੇ, ਫੁੱਲ ਵੀ ਇੱਥੇ ਹੀ ਪਾਏ ਸਨ ਸਰੀਰ ਦੇ। ਇਸੇ ਤਰ੍ਹਾਂ ਹੀ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ
ਸਰੀਰ ਦਾ ਪਾਵਨ ਸੰਸਕਾਰ ਗੁਰਸਿੱਖਾਂ ਨੇ ਚੰਦਨ ਦੀ ਚਿਖਾ ਬਣਾ ਕਰਕੇ ਵਿਰਾਜਮਾਨ ਕਰਕੇ ਸਤਿਗੁਰਾਂ ਦਾ ਪਾਵਨ ਪੰਜ ਭੌਤਿਕ ਸਰੀਰ ਫਿਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਆਪਣੇ ਹੱਥੀਂ ਸੰਸਕਾਰ ਕੀਤਾ। ਔਰ ਸਾਰਾ ਜਿੰਨਾ ਅੰਗੀਠਾ ਸੀ ਉਹ ਸਾਧ ਸੰਗਤ ਵਗਦੇ ਪ੍ਰਵਾਹ ਦੇ ਵਿੱਚ ਵਾਹੁਣਾ ਕੀਤਾ। ਸੋ ਇਹ ਇਤਿਹਾਸ ਹੈ ਅੱਜ ਦੇ ਦਿਨ ਦਾ, ਕਿ ਅੱਜ ਦੇ ਦਿਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਗੁਰਤਾ ਗੱਦੀ ਤਖਤ ਤੇ ਵਿਰਾਜਮਾਨ ਹੋਏ ਹਨ। ਛੋਟੀ ਉਮਰ ਬਾਲਾ ਪ੍ਰੀਤਮ ਸੰਗਤਾਂ ਕਿਹਾ ਕਰਦੀਆਂ। ਕਈਆਂ ਸਿੱਖਾਂ ਨੇ ਪਰਖਣ ਵਾਸਤੇ ਕੋਸ਼ਿਸ਼ ਵੀ ਕੀਤੀ ਸੀ, ਪਰ ਮਾਰੇ ਬਚਨ ਸਨ, ਜੋਤ ਓਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀ। ਜੋਤ ਉਹੀ ਹੈ, ਜੁਗਤੀ ਵੀ ਉਹੀ ਹੈ, ਕੇਵਲ ਤੇ ਕੇਵਲ ਕਾਇਆ ਹੀ ਪਲਟ ਨਾ ਕੀਤੀ ਸਤਿਗੁਰਾਂ ਨੇ। ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਉਸੇ ਤਰ੍ਹਾਂ ਹੀ ਸਿੱਖੀ ਦਾ ਪ੍ਰਚਾਰ ਕੀਤਾ, ਆਏ ਗਏ ਸਿੱਖਾਂ ਦਾ ਭਲਾ ਕੀਤਾ, ਉਪਦੇਸ਼ ਬਖਸ਼ਿਆ, ਬੇਅੰਤ ਸੰਗਤਾਂ ਨੂੰ ਤਾਰਨਾ ਕੀਤਾ। ਸਤਿਗੁਰੂ ਮਹਾਰਾਜ ਜੀ ਔਰੰਗਜ਼ੇਬ ਦੇ ਕਈ ਵਾਰ ਬੁਲਾਉਣ ਤੇ ਵੀ ਦਿੱਲੀ ਨਹੀਂ ਸਨ ਗਏ, ਪਰ ਜਦੋਂ ਰਾਜਾ ਜੈ ਸਿੰਘ ਸਵਾਈ ਨੇ ਬੜੇ ਪ੍ਰੇਮ ਦੇ ਨਾਲ ਸਤਿਗੁਰਾਂ ਨੂੰ ਸੱਦਾ ਭੇਜਿਆ ਕਿ ਮਹਾਰਾਜ ਤੁਸੀਂ ਮੇਰੇ ਬੰਗਲੇ ਵਿੱਚ ਹੀ ਆ ਜਾਓ, ਉਦੋਂ ਸਤਿਗੁਰੂ ਮਹਾਰਾਜ ਜੀ ਗਏ ਸਨ। ਫਿਰ ਅੰਬਾਲੇ ਪੰਜੋਖਰਾ ਸਾਹਿਬ ਮਹਾਰਾਜ ਜੀ ਨੇ ਭਾਈ ਛੱਜੂ ਝਿਆਰ ਜੀ ਨੂੰ ਆਪਣੀ ਮਿਹਰ ਦੇ ਨਾਲ ਮੂਰਖ ਤੋਂ ਗਿਆਨਵਾਨ ਬਣਾ ਦੇਣਾ ਕੀਤਾ। ਪੰਡਿਤ ਲਾਲ ਦੇ ਨਾਲ ਚਰਚਾ ਕਰਵਾਉਣਾ ਕੀਤੀ, ਔਰ ਇਹ ਬਚਨ ਅੰਦਰਲੇ ਤ੍ਰਿਭਵਨ ਸੂਝਿਆ ਗੁਰ ਭੇਟ ਪੁਨੀਤਾ ਪੂਰੇ ਕੀਤੇ। ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਵਚਨ ਕਰਦੇ, ਮੂਕ ਉਚਰੈ ਸ਼ਾਸਤਰ ਖਟ, ਪੈਂਗ ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਚਤਰ ਬਣਾ ਦਿੱਤਾ। ਫਿਰ ਸਤਿਗੁਰੂ ਮਹਾਰਾਜ ਜੀ ਨੇ ਦਿੱਲੀ ਵਿੱਚ ਜਾ ਕਰਕੇ ਬੇਅੰਤ ਕੌਤਕ ਕੀਤੇ ਹਨ। ਸੋ ਆਪ ਸਭ ਸੰਗਤਾਂ ਨੂੰ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਭਾਈ। ਸਤਿਗੁਰੂ ਮਹਾਰਾਜ ਜੀ ਨੇ ਜਿਵੇਂ ਸਾਨੂੰ ਜਪਜੀ ਸਾਹਿਬ ਬਾਣੀ ਅੰਦਰ 38ਵੀਂ ਪੌੜੀ ਅੰਦਰ ਉਪਦੇਸ਼ ਬਖਸ਼ਿਆ ਹੈ, ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਤ ਪਹਾਰਾ ਧੀਰਜ ਸੁਨਿਆਰ। ਸਿੱਧ ਕਹਿਣ ਲੱਗੇ ਮਹਾਰਾਜ ਆਪ ਜੀ ਨੇ ਜਿਹੜਾ ਬ੍ਰਹਮ ਗਿਆਨ ਹੈ ਉਸ ਨੂੰ ਘੜਨਾ ਪ੍ਰਾਪਤ ਕਰਨਾ ਬੜਾ ਕਰੜ ਆਖਿਆ, ਸਾਰ ਨਾਮ ਹੈ ਕਰੜਾ। ਪਰ ਸਤਿਗੁਰੂ ਮਹਾਰਾਜ ਜੀ ਸਾਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਦੀ ਸਮੱਗਰੀ ਦੱਸਣਾ ਕਰੋ। ਹੁਣ ਸਤਿਗੁਰੂ ਮਹਾਰਾਜ ਜੀ ਸਾਨੂੰ ਅੱਗੇ ਸਿੱਖ ਨੂੰ ਕਿਵੇਂ ਜੀਵਨ ਬਣਾਉਣਾ ਚਾਹੀਦਾ ਹੈ, ਮੁਕਤੀ ਜੀਵਨ ਮੁਕਤ ਕਿਵੇਂ ਹੋਈਦਾ ਹੈ, ਜਿਉਂਦਿਆਂ ਹੀ ਮੁਕਤ। ਬ੍ਰਹਮ ਗਿਆਨ ਦੀ ਪ੍ਰਾਪਤੀ ਦੀ ਸਮੱਗਰੀ ਦੱਸਦੇ ਹਨ। ਜਤ ਪਹਾਰਾ ਧੀਰਜ ਸੁਨਿਆਰ। ਸਤਿਗੁਰੂ ਮਹਾਰਾਜ ਬਚਨ ਕਰਦੇ ਭਾਈ, ਜਿਵੇਂ ਇੱਕ ਸੁਨਿਆਰ ਹੁੰਦਾ ਆਪਣੀ ਦੁਕਾਨ ਤੇ ਬੈਠ ਕਰਕੇ ਸੋਨੇ ਤੋਂ ਕਈ ਤਰ੍ਹਾਂ ਦੇ ਗਹਿਣੇ ਬਣਾਉਂਦਾ ਹੈ, ਇਸ ਤਰ੍ਹਾਂ ਜਿਹੜਾ ਸਭ ਤੋਂ ਪਹਿਲਾਂ ਹੈ ਜਤ। ਕਿਉਂਕਿ ਜੇ ਸੁਨਿਆਰ ਦੀ ਦੁਕਾਨ ਨਾ ਹੋਵੇ ਤੇ ਸਾਧ ਸੰਗਤ ਫਿਰ ਉਹ ਕਿਵੇਂ ਅੱਗੇ ਗਹਿਣੇ ਤਿਆਰ ਕਰ ਸਕਦਾ? ਪਹਿਲਾਂ ਦੁਕਾਨ ਹੋਣੀ ਜ਼ਰੂਰੀ ਹੈ। ਇਸ ਤਰ੍ਹਾਂ ਹੀ ਗੁਰਸਿੱਖ ਦੇ ਜੀਵਨ ਵਿੱਚ ਪਹਿਲਾਂ ਜਤ ਹੋਣਾ ਚਾਹੀਦਾ ਹੈ।
ਜਿਵੇਂ ਦੁਕਾਨ ਤੋਂ ਬਿਨਾਂ ਗਹਿਣੇ ਨਹੀਂ ਤਿਆਰ ਹੋ ਸਕਦੇ, ਇਸ ਤਰ੍ਹਾਂ ਹੀ ਜੱਤ ਤੋਂ ਬਿਨਾਂ ਕਮਾਈ ਨਹੀਂ ਕੀਤੀ ਜਾ ਸਕਦੀ। ਗੁਰਸਿੱਖਾਂ ਵਾਸਤੇ ਜੱਤ ਕਿਹੜਾ ਹੈ? ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣੈ। ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੈ। ਔਰ ਇਸਤਰੀਆਂ ਵਾਸਤੇ ਕਿ ਬਰਾਬਰ ਦੇ ਨੂੰ ਭਰਾ, ਵੱਡੇ ਨੂੰ ਪਿਤਾ ਸਮਾਨ, ਛੋਟੇ ਨੂੰ ਬੱਚੇ ਬੇਟੇ ਸਮਾਨ ਜਾਣੇ, ਪੁੱਤਰ ਸਮਾਨ ਜਾਣੇ। ਇਹ ਜੱਤ ਹੋਣਾ ਚਾਹੀਦਾ ਹੈ। ਵਿਦਵਾਨਾਂ ਨੇ 8 ਤਰ੍ਹਾਂ ਦਾ ਕਾਮ ਮੰਨਿਆ, ਇਸ ਤੋਂ ਪਰੇ ਹੋਵੇ ਕਾਮ ਤੋਂ। ਫਿਰ ਮਹਾਰਾਜ ਕਹਿੰਦੇ ਪਹਾਰਾ, ਪਹਾਰਾ ਨਾਮ ਹੈ ਪ੍ਰਹਾਰ ਕਰਨਾ, ਭਾਵ ਕਮਾਈ ਕਰੇ ਜੱਤ ਰੱਖ ਕੇ ਆਪਣੇ ਜੀਵਨ ਦੇ ਅੰਦਰ। ਜਿਹੜੀ ਸਾਹਿਬਾਂ ਨੇ, ਸਤਿਗੁਰਾਂ ਨੇ ਸਾਨੂੰ ਬਾਣੀ ਅੰਦਰ ਦੱਸਿਆ ਹੈ, ਉਹ ਜੱਤ ਕਮਾਉਣਾ ਕਰੇ। ਧੀਰਜ ਸੁਨਿਆਰ, ਜਿਹੜਾ ਧੀਰਜ ਰੱਖਣਾ ਹੈ ਆਪਣੇ ਜੀਵਨ ਅੰਦਰ, ਦੁੱਖ ਸੁੱਖ ਵਿੱਚ ਡੋਲਣਾ ਨਹੀਂ। ਆਏ ਹਰਖ ਨਾ ਜਾਏ ਸੋਗ, ਜੇ ਕੋਈ ਵਸਤੂ ਧਨ ਪਦਾਰਥ ਆ ਜਾਵੇ ਤੇ ਬਾਹਲਾ ਖੁਸ਼ ਨਹੀਂ ਹੋਣਾ। ਜਿਵੇਂ ਕਿਸੇ ਘਰੇ ਕੋਈ ਖੁਸ਼ੀ ਆ ਜੇ ਨਾ, ਜਿਵੇਂ ਵਿਆਹ ਦਾ ਕਾਰਜ ਹੁੰਦਾ ਜਾਂ ਹੋਰ ਕੋਈ ਕਿਸੇ ਬੱਚੇ ਨੇ ਜਨਮ ਲੈ ਲਿਆ, ਤੇ ਖੁਸ਼ ਇੰਨੇ ਹੋ ਜਾਂਦੇ ਨੇ, ਪਾਪ ਕਮਾਉਣ ਲੱਗ ਜਾਂਦੇ ਨੇ। ਦਾਰੂਆਂ ਚਲਾਉਣੀਆਂ, ਸ਼ਰਾਬਾਂ ਪਿਆਉਣੀਆਂ, ਬੱਕਰੇ ਸ਼ੱਕਰੇ ਵੱਢਣ ਲੱਗ ਜਾਂਦੇ ਨੇ, ਜੀਵ ਹੱਤਿਆ ਕਰਦੇ। ਇਹੋ ਜਿਹੀਆਂ ਖੁਸ਼ੀਆਂ ਨਾ ਮਨਾਵੇ। ਤੇ ਜੇ ਕੋਈ ਸੋਗ ਆ ਜੇ, ਕੋਈ ਦੁੱਖ ਆ ਜੇ, ਫਿਰ ਬਿਲਕੁਲ ਹੀ ਜੜ ਹੋ ਜਾਂਦੇ। ਕਹਿੰਦੇ ਸਾਡੇ ਵਰਗੇ ਦੁਖੀ ਕੋਈ ਨਹੀਂ, ਐਨੇ ਘਬਰਾ ਜਾਂਦੇ, ਐਨੇ ਦੁਖੀ ਹੋ ਜਾਂਦੇ, ਟੁੱਟ ਜਾਂਦੇ ਨੇ। ਇਹੋ ਜਿਹਾ ਨਾ ਬਣੇ। ਜੇ ਕੋਈ ਸੁੱਖ ਹੋਵੇ ਤਾਂ ਵਾਹਿਗੁਰੂ ਦਾ ਸ਼ੁਕਰਾਨਾ ਕਰੇ ਕਿ ਐ ਪ੍ਰਮਾਤਮਾ, ਮੇਰੇ ਜੀਵਨ ਅੰਦਰ ਇਹ ਸੁੱਖ ਨਹੀਂ ਸੀ ਆਉਣਾ, ਪਰ ਤੂੰ ਮੇਰੇ ਤੇ ਦਇਆ ਕੀਤੀ ਹੈ, ਕਿਰਪਾ ਕੀਤੀ ਹੈ, ਤੇਰਾ ਲੱਖ ਲੱਖ ਸ਼ੁਕਰਾਨਾ ਹੈ, ਮੈਨੂੰ ਸੁੱਖ ਦਿੱਤਾ ਹੈ। ਜੇ ਦੁੱਖ ਆ ਜਾਵੇ ਘਬਰਾਵੇ ਨਾ, ਅਰਦਾਸ ਬੇਨਤੀ ਕਰੇ ਔਰ ਇਹ ਕਹੇ ਕਿ ਇਹ ਦੁੱਖ ਮੇਰੇ ਕਰਮਾਂ ਦਾ ਹੈ। ਵਾਹਿਗੁਰੂ ਨੇ ਦੁੱਖ ਦੇ ਕੇ ਵੀ ਮੇਰਾ ਭਲਾ ਕੀਤਾ ਹੈ, ਕਿਉਂਕਿ ਦੁੱਖ ਵਿੱਚ ਪਰਮਾਤਮਾ ਚੇਤੇ ਆਉਂਦਾ ਹੈ। ਫਿਰ ਇਸ ਜਨਮ ਵਿੱਚ ਮੈਨੂੰ ਮੇਰੇ ਕੀਤੇ ਹੋਏ ਪਿਛਲੇ ਕਰਮਾਂ ਦਾ ਦੁੱਖ ਮਿਲਿਆ, ਕਿਉਂਕਿ ਮੇਰੇ ਦੁੱਖ ਵੰਡਾਉਣ ਵਾਲੇ ਬਹੁਤ ਬੈਠੇ ਨੇ। ਜੇ ਤਾਂ ਇਹਨਾਂ ਕਰਮਾਂ ਦਾ ਕਿਸੇ ਹੋਰ ਜੂਨ ਵਿੱਚ ਦੁੱਖ ਦੇ ਦੇਵੇ, ਪਸ਼ੂ ਵੀ ਦੁਖੀ ਨੇ, ਪੰਛੀ, ਹੋਰ ਵਿਛੋੜਾ ਤਾਂ ਉਹਨਾਂ ਦਾ ਵੀ ਹੁੰਦਾ ਹੀ ਹੈ ਨਾ, ਦੁੱਖ ਤਾਂ ਉਹਨਾਂ ਨੂੰ ਹੀ ਮਿਲਦਾ, ਪਰ ਉੱਥੇ ਉਹਨਾਂ ਦਾ ਕੋਈ ਦੁੱਖ ਵੰਡਾਉਣ ਵਾਲਾ ਨਹੀਂ। ਇਹ ਜਾਣੇ ਕਿ ਵਾਹਿਗੁਰੂ ਨੇ ਇਸ ਜਨਮ ਵਿੱਚ ਮੇਰਾ ਭਲਾ ਹੀ ਕੀਤਾ ਜੇ ਦੁੱਖ ਮਿਲਿਆ, ਕਿਉਂਕਿ ਮੇਰੇ ਜੀਵਨ ਅੰਦਰ ਦੁੱਖ ਸਾਂਝਾ ਕਰਨ ਵਾਲੇ, ਵੰਡਾਉਣ ਵਾਲੇ ਬਹੁਤੇ ਨੇ। ਫਿਰ ਇਸ ਜਨਮ ਵਿੱਚ ਮੈਂ ਦੁੱਖ ਨੂੰ ਦਾਰੂ ਵੀ ਬਣਾ ਸਕਦਾ, ਪਰਮਾਤਮਾ ਦਾ ਨਾਮ ਚੇਤੇ ਕਰਕੇ, ਸੰਗਤ ਕਰਕੇ, ਸਿਮਰਨ ਕਰਕੇ। ਆਪਣੇ ਅੰਦਰ ਧੀਰਜ ਰੱਖੇ, ਦੁੱਖ ਸੁੱਖ ਦੇ ਵਿੱਚ ਇੱਕ ਸਮਾਨ ਬਿਰਤੀ ਰੱਖੀ। ਹਰ ਸਮੇਂ ਵਾਹਿਗੁਰੂ ਦੇ ਨਾਲ ਚਿੱਤ ਜੋੜ ਕੇ ਰੱਖੇ, ਡੋਲੇ ਨਾ। ਜਿਹੜਾ ਚਿੱਤ ਦਾ ਡੋਲਣਾ ਹੈ ਨਾ ਸਾਧ ਸੰਗਤ, ਇਹਦੇ ਵਿੱਚ ਵੀ ਇਕਾਗਰਤਾ ਨਹੀਂ ਹੁੰਦੀ। ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਆਪਣੇ ਮਨ ਨੂੰ ਇਕਾਗਰ ਰੱਖਣਾ ਹੈ, ਧੀਰਜ ਧਾਰੀ ਬਣਾਉਣਾ ਹੈ, ਸਥਿਰ ਰਹਿਣਾ ਹੈ ਮਨ ਨੇ, ਹਰ ਸਮੇਂ ਭਾਣੇ ਵਿੱਚ ਰਵੇ, ਇਹ ਸੁਨਿਆਰ ਬਣ ਨਾ ਕਰੇ। ਦੋ ਗੱਲਾਂ ਆ ਗਈਆਂ ਜੀ, ਇੱਕ ਜੱਤ ਰੱਖਣਾ, ਇੱਕ ਧੀਰਜ ਰੱਖਣਾ। ਜਿਹੜਾ ਜੱਤ ਰੱਖਣਾ ਹੈ ਇਹ ਤਾਂ ਪ੍ਰਹਾਰ ਕਰਨਾ ਹੈ, ਮਿਹਨਤ ਕਰਨੀ ਹੈ, ਕਮਾਈ ਕਰਨੀ ਹੈ। ਜਿਹੜਾ ਧੀਰਜ ਰੱਖਣਾ ਹੈ ਇਹ ਸੁਨਿਆਰ ਬਣਨਾ ਹੈ।
ਅਹਰਨ ਮਤ ਵੇਦ ਹਥਿਆਰ। ਫਿਰ ਅਹਰਨ ਹੁੰਦੀ ਹੈ ਸੁਨਿਆਰ ਵੀਰਾਂ ਕੋਲ, ਲੁਹਾਰਾਂ ਦੇ ਕੋਲ। ਇਹ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਹੁੰਦਾ ਆਰਣ, ਆਰਣ ਕਹਿੰਦੇ ਨੇ ਭੱਠੀ ਨੂੰ। ਗੁਰਬਾਣੀ ਵਿੱਚ ਆਰਣ ਸ਼ਬਦ ਵੀ ਆਇਆ ਹੈ, ਕਾਇਆ ਆਰਣ ਮਨ ਵਿੱਚ ਲੋਹਾ, ਪੰਜ ਅਗਣ ਤਿਤ ਲਾ ਕਰੇ। ਪਰ ਇੱਥੇ ਅਹਰਨ ਨਾਮ ਹੈ ਉਸ ਲੋਹੇ ਦੇ ਟੁਕੜੇ ਦਾ ਜਿਹਦੇ ਤੇ ਗਰਮ ਲੋਹੇ ਨੂੰ ਕੁੱਟਿਆ ਜਾਂਦਾ ਹੈ, ਜਾਂ ਸੁਨਿਆਰਾ ਗਹਿਣਿਆਂ ਨੂੰ ਕੁੱਟ-ਕੁੱਟ ਕਰਕੇ ਉੱਥੇ ਤਿਆਰ ਕਰਦਾ ਹੈ। ਉਹ ਅਸੀਂ ਸਾਰੇ ਜਾਣਦੇ ਹਾਂ, ਲੋਹੇ ਦਾ ਟੁਕੜਾ ਹੁੰਦਾ ਹੈ, ਉਹਨੂੰ ਕਹਿੰਦੇ ਨੇ ਅਹਰਨ। ਜਿਹੜੀ ਆਪਣੀ ਮੱਤ ਹੈ ਨਾ, ਸਾਡੀ ਬੁੱਧੀ ਹੈ, ਉਹਨੂੰ ਅਹਰਨ ਦੀ ਤਰ੍ਹਾਂ ਬਣਾਉਣਾ ਹੈ। ਵੀ ਜੇ ਸਾਨੂੰ ਕੋਈ ਕਹਿ ਦੇ ਵੀ ਫਲਾਨੇ ਬਾਬੇ ਕੋਲ ਜਾ ਵੜਾ, ਤੇਰੀ ਇਹ ਮੰਗ ਪੂਰੀ ਹੋ ਜੂਗੀ, ਫਲਾਨਾ ਕਰਮ ਕਰ ਲੈ, ਜੇ ਤੇਰੀ ਇੱਛਾ ਨਹੀਂ ਪੂਰੀ ਹੁੰਦੀ ਆਹ ਕਰ ਲੈ। ਸਾਨੂੰ ਡਲਾਉਣ ਦੀ ਕੋਸ਼ਿਸ਼ ਕਰਦੇ ਨਾ ਕਈ ਲੋਕ। ਜਾਂ ਵੇਦਾਂ ਵਿੱਚ ਕਿੰਨਾ ਕਿਹਾ ਗਿਆ ਵੀ ਜੇ ਆਹ ਮੰਗ ਹੋਵੇ ਤਾਂ ਆਹ ਕਰਮ ਕਰਨਾ ਚਾਹੀਦਾ, ਜੇ ਆਹ ਇੱਛਾ ਹੋਵੇ ਤਾਂ ਆਹ ਕਰਮ ਕਰੇ। ਉੱਥੇ 80,000 ਸਿਮਰਤੀਆਂ ਕਰਮ ਕਾਂਡ ਕਥਨ ਕਰਦੀਆਂ ਨੇ ਵੀ ਆਹ ਕੰਮ ਕਰਨਾ ਚਾਹੀਦਾ, ਇਹ ਇੱਛਾ ਪੂਰੀ ਹੁੰਦੀ ਹੈ, ਇਹ ਕੰਮ ਕਰੋ ਆਹ ਇੱਛਾ ਪੂਰੀ ਹੁੰਦੀ ਹੈ। 16,000 ਸਿਮਰਤੀਆਂ ਉਪਾਸਨਾ ਕਥਨ ਕਰਦੀਆਂ ਨੇ ਵੀ ਆਹ ਸਮੇਂ ਇਹਦੀ ਪੂਜਾ ਕਰੋ, ਆਹ ਸਮੇਂ ਇਹਦੀ ਪੂਜਾ ਕਰੋ। 4,000 ਸਿਮਰਤੀਆਂ ਗਿਆਨ ਕਥਨ ਕਰਦੀਆਂ ਨੇ ਕਿ ਜੀਵ ਤੇ ਈਸ਼ ਇਹ ਮਾਇਆ ਦੇ ਵੱਛੇ ਹਨ, ਜੀਵ ਈਸ਼ ਦੀ ਏਕਤਾ ਕਿਵੇਂ ਹੁੰਦੀ ਹੈ, ਇਹ ਸਾਰਾ ਕੁਝ ਪਰ ਸੁਣ ਕਰਕੇ ਮਹਾਰਾਜ ਬਚਨ ਕਰਦੇ ਹਨ, ਕਰਮ ਅਕਰਮ ਵਿਚਾਰੀਐ। ਜੇ ਕੋਈ ਕਰਮਾਂ ਦੀ ਤੇ ਅਕਰਮਾਂ ਦੀ ਵਿਚਾਰ ਕਰੇ, ਸੰਕਾ ਸੁਣ ਵੇਦ ਪੁਰਾਣ। ਵੇਦਾਂ ਵਿੱਚੋਂ ਸੰਕੇ ਸੁਣ ਲਈਦੇ ਨੇ। ਸੰਸਾ ਸਦ ਹਿਰਦੈ ਵਸੈ, ਕੌਣ ਹਿਰੈ ਅਭਿਮਾਨ, ਪਰ ਮਨ ਵਿੱਚ ਸੰਸਾ ਹੀ ਬਸ ਬਣਿਆ ਰਹਿੰਦਾ ਹੈ ਨਾ। ਗੁਰਬਾਣੀ ਵਿੱਚ ਕੇਵਲ ਇੱਕ ਦੀ ਗੱਲ ਹੈ, ਇੱਕ ਨਾਲ ਮਿਲਣ ਵਾਸਤੇ, ਇੱਕ ਨਾਲ ਜੁੜਨ ਵਾਸਤੇ ਇੱਕ ਦਾ ਰਾਹ ਦੱਸਿਆ ਗਿਆ। ਪਰ ਉੱਥੇ ਸਾਧ ਸੰਗ ਕਈ ਤਰ੍ਹਾਂ ਦੀ ਉਪਾਸਨਾ ਹੈ, ਨਾਨਾ ਤਰ੍ਹਾਂ ਦੀ। ਜਾਂ ਹੋਰ ਲੋਕਾਂ ਤੋਂ ਸੁਣ ਕੇ ਡੋਲੇ ਨਾ, ਮਤਲਬ ਜਿਹੜੀ ਆਪਣੀ ਮੱਤ ਹੈ ਨਾ, ਉਹ ਕੇਵਲ ਗੁਰੂ ਦੇ ਉਪਦੇਸ਼ ਤੇ ਗੁਰਬਾਣੀ ਤੇ ਦ੍ਰਿੜ ਰੱਖਣੀ ਹੈ, ਗੁਰੂ ਦੇ ਮਹਾਵਾਕਾਂ ਤੇ ਵੀ ਜਿਹੜਾ ਮੈਨੂੰ ਗੁਰਬਾਣੀ ਕਹਿੰਦੀ ਹੈ ਮੈਂ ਕੇਵਲ ਉਹੀ ਮੰਨਣਾ ਹੈ। ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਬਚਨ ਕੀਤੇ ਨਾ, ਸੇਵਕ ਸਿੱਖ ਪੂਜਨ ਸਭ ਆਵਹਿ, ਸਭ ਗਾਵਹਿ ਹਰ ਹਰ ਊਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਈ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਹੁਣ ਪਹਿਲਾਂ ਇਹ ਗੱਲ ਕਹਿ ਦਿੱਤੀ ਹੈ ਵੀ ਸੁਨਿਆਰ ਬਣਨਾ, ਧੀਰਜ ਰੱਖਣੀ ਹੈ। ਹੁਣ ਦੂਜੀ ਗੱਲ ਬਚਨ ਕੀਤਾ ਮਹਾਰਾਜ ਕਹਿੰਦੇ ਮੱਤ ਅਹਰਨ ਦੀ ਤਰ੍ਹਾਂ ਬਣਾਵੇ। ਪਹਿਲਾਂ ਆਪਣੀ ਮੱਤ ਨੂੰ ਅਹਰਨ ਦੀ ਤਰ੍ਹਾਂ, ਮਤਲਬ ਜਿਹੜੇ ਮੱਤ ਦੇ ਵਿੱਚ ਵਿਚਾਰ ਨੇ ਉਹਨਾਂ ਨੂੰ ਕੇਵਲ ਗੁਰੂ ਵਾਲੇ, ਗੁਰਮਤ ਵਾਲੇ ਰੱਖੇ। ਵੇਦ ਹਥਿਆਰ, ਜਿਹੜਾ ਵੇਦਾਂ ਦਾ ਉਪਦੇਸ਼ ਹੈ ਇਹ ਹਥੌੜੇ ਦੀ ਤਰ੍ਹਾਂ ਵੱਜਦਾ ਰਹਿੰਦਾ ਹੈ, ਪਰ ਆਪਣੀ ਮੱਤ ਨੂੰ ਡੋਲਣ ਨਾ ਦੇਵੇ। ਜਿਵੇਂ ਹਥੌੜਾ ਵੱਜਦਾ ਹੈ ਨਾ, ਤੇ ਜਿਹੜਾ ਗਰਮ ਲੋਹਾ ਹੁੰਦਾ, ਜਿਵੇਂ ਜਿਵੇਂ ਹਥੌੜਾ ਵੱਜੀ ਜਾਂਦਾ ਉਵੇਂ ਉਵੇਂ ਉਹ ਆਪਣਾ ਰੂਪ ਬਦਲੀ ਜਾਂਦਾ ਹੈ। ਪਰ ਜਿਹੜੀ ਅਹਰਨ ਹੈ ਸਾਧ ਸੰਗਤ, ਉਹ ਉਵੇਂ ਹੀ ਰਹਿੰਦੀ ਹੈ। ਜਦੋਂ ਅਹਰਨ ਦੇ ਉੱਪਰ ਗਰਮ ਲੋਹਾ ਰੱਖ ਕਰਕੇ ਕੋਈ ਲੋਹਾਰ ਵੀਰ ਹਥੌੜੇ ਮਾਰਦਾ ਨਾ, ਤੇ ਲੋਹੇ ਦਾ ਰੂਪ ਤਾਂ ਬਦਲ ਜਾਂਦਾ ਹੈ, ਜਿਹੜਾ ਗਰਮ ਹੁੰਦਾ ਉਹ ਪੱਤੀ ਬਣ ਜਾਂਦੀ ਹੈ, ਕਦੇ ਕੁਝ ਬਣ ਜਾਂਦਾ, ਕਦੇ ਕੁਝ।
ਪਰ ਜਿਹੜੀ ਅਹਰਨ ਹੈ ਉਵੇਂ ਹੀ ਰਹਿੰਦੀ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਹੜੇ ਵੇਦਾਂ ਸ਼ਾਸਤਰਾਂ ਦੇ ਨਾਨਾ ਤਰ੍ਹਾਂ ਦਾ ਉਪਦੇਸ਼ ਹੈ ਇਹ ਹਥੌੜੇ ਵੱਜ ਰਹੇ ਨੇ, ਪਰ ਆਪਣੀ ਮੱਤ ਨੂੰ ਅਹਰਨ ਦੀ ਤਰ੍ਹਾਂ ਅਚਲ ਰੱਖੇ, ਗੁਰੂ ਦੇ ਉਪਦੇਸ਼ ਵਿੱਚ ਡੋਲੇ ਨਾ, ਹਮੇਸ਼ਾ ਗੁਰੂ ਦੇ ਪ੍ਰੇਮ ਵਿੱਚ ਰਹੇ। ਪਉ ਖੱਲਾ ਅਗਨ ਤਪਤਾਓ। ਫਿਰ ਜਿਹੜੇ ਸੁਨਿਆਰ ਵੀਰ ਹੁੰਦੇ ਨੇ, ਲੁਹਾਰ ਹੁੰਦੇ ਨੇ, ਇਹਨਾਂ ਕੋਲ ਇੱਕ ਖੱਲ ਹੁੰਦੀ ਹੈ। ਜਦੋਂ ਇਹ ਅੱਗ ਤੇ ਲੋਹੇ ਨੂੰ ਗਰਮ ਕਰਦੇ ਨੇ ਨਾ, ਤੇ ਉਸ ਅੱਗ ਨੂੰ ਤੇਜ਼ ਕਰਨ ਵਾਸਤੇ, ਹਵਾ ਦੇਣ ਵਾਸਤੇ ਇੱਕ ਖੱਲਾ ਜਿਹਾ ਹੁੰਦਾ ਹੈ, ਉਹਨੂੰ ਇਹ ਚਲਾਉਂਦੇ ਨੇ, ਹਵਾ ਮਾਰਦੇ ਨੇ। ਮਹਾਰਾਜ ਕਹਿੰਦੇ ਜਿਹੜਾ ਭਉ ਹੈ ਪਰਮਾਤਮਾ ਦਾ ਡਰ ਰੱਖਣਾ ਹੈ, ਭੈ ਰੱਖਣਾ ਹੈ, ਵਿਸ਼ੇ ਵਿਕਾਰਾਂ ਵੱਲੋਂ, ਮਾੜੇ ਕਰਮਾਂ ਵੱਲੋਂ ਆਪਣੇ ਮਨ ਵਿੱਚ ਭੈ ਪੈਦਾ ਕਰਨਾ ਹੈ। ਭੈ ਹੈ ਕਿ ਜਿਹੜਾ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾ ਕਰਕੇ ਔਗਣ ਤਿਆਗਣੇ ਹਨ, ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਣਾ ਹੈ। ਇਹ ਸਾਧ ਸੰਗਤ ਖੱਲਾ ਰੱਖਣਾ ਕਰੇ। ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਹੈ, ਇਹ ਹਵਾ ਮਾਰਨੀ ਹੈ। ਤੇ ਜਿਹੜਾ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਸਮਝਣਾ ਹੈ ਕਿ ਉਹ ਸਦਾ ਹੀ ਮੇਰੇ ਨੇੜੇ ਹੈ, ਸਦ ਸੁਣਦਾ ਸਦ ਵੇਖਦਾ, ਕਿਉ ਮੁੱਕਰ ਪਿਆ ਜਾਏ, ਇਹ ਭੈ ਰੱਖੇ। ਕਹਿੰਦੇ ਇੱਕ ਮਹਾਂਪੁਰਖਾਂ ਦੇ ਕੋਲ ਦੋ ਚੇਲੇ ਆ ਗਏ, ਕਹਿੰਦੇ ਸਾਨੂੰ ਉਪਦੇਸ਼ ਬਖਸ਼ੋ। ਮਹਾਂਪੁਰਖਾਂ ਨੇ ਦੋਹਾਂ ਨੂੰ ਇੱਕ ਇੱਕ ਕਬੂਤਰ ਦੇਣਾ ਕੀਤਾ, ਭਾਈ ਜਿੱਥੇ ਤੁਹਾਨੂੰ ਕੋਈ ਨਾ ਦੇਖੇ ਉੱਥੇ ਮਾਰ ਕੇ ਲੈ ਕੇ ਆਓ। ਦੋਹੇ ਚਲੇ ਗਏ। ਇੱਕ ਨੇ ਥੋੜੀ ਦੂਰ ਜਾ ਕੇ ਕੰਧ ਦੇ ਓਹਲੇ ਵੇਖਿਆ ਵੀ ਕੋਈ ਨਹੀਂ ਦੇਖਦਾ, ਕਬੂਤਰ ਦੀ ਧੌਣ ਮਰੋੜ ਲਿਆਂਦੀ। ਕਹਿੰਦਾ ਮਹਾਂਪੁਰਖੋ ਤੁਹਾਡਾ ਬਚਨ ਮੰਨਿਆ, ਪਹਿਲਾਂ ਆ ਗਿਆ, ਕਬੂਤਰ ਮਾਰ ਕੇ ਲੈ ਕੇ ਆਇਆ ਜਿੱਥੇ ਕੋਈ ਨਹੀਂ ਸੀ ਦੇਖਦਾ, ਮੈਨੂੰ ਪਹਿਲਾਂ ਉਪਦੇਸ਼ ਬਖਸ਼ੋ। ਮਹਾਂਪੁਰਖ ਕਹਿੰਦੇ ਭਾਈ ਕੋਈ ਗੱਲ ਨਹੀਂ, ਤੂੰ ਬੈਠ ਜਾ, ਦੂਜਾ ਵੀ ਆਵੇਗਾ। ਹੁਣ ਦੂਜਾ ਉਹ ਗਿਆ ਹੈ, ਸਾਧ ਸੰਗਤ ਦੇਖਿਆ ਵੀ ਇੱਥੇ ਬਹੁਤ ਲੋਕ ਨੇ, ਸ਼ਹਿਰ ਵਿੱਚ ਸੁੰਨੀ ਥਾਂ ਚਲਿਆ ਗਿਆ, ਜੰਗਲ ਦੇ ਵਿੱਚ। ਉੱਥੇ ਵੀ ਦੇਖਦਾ ਹੈ ਵੀ ਜਿਹੜੇ ਪੰਛੀ ਨੇ ਦਰਖਤਾਂ ਦੀਆਂ ਟਾਹਣੀਆਂ ਤੇ ਬੈਠੇ ਮੈਨੂੰ ਦੇਖ ਰਹੇ। ਫਿਰ ਗੁਫਾ ਵਿੱਚ ਚਲਿਆ ਗਿਆ। ਗੁਫਾ ਵਿੱਚ ਜਾ ਕੇ ਕਬੂਤਰ ਨੂੰ ਮਾਰਨ ਲੱਗਿਆ, ਦੇਖਦਾ ਵੀ ਮੈਂ ਕਬੂਤਰ ਨੂੰ ਦੇਖ ਰਿਹਾ ਤੇ ਕਬੂਤਰ ਮੇਰੇ ਵੱਲ ਦੇਖੀ ਜਾਂਦਾ। ਤੇ ਮਹਾਂਪੁਰਖਾਂ ਨੇ ਕਿਹਾ ਸੀ ਵੀ ਕੋਈ ਨਾ ਦੇਖਦਾ ਹੋਵੇ। ਫਿਰ ਇਹਨੇ ਆਪਣੇ ਕੱਪੜੇ ਦੇ ਨਾਲੋਂ ਥੋੜਾ ਜਿਹਾ ਕੱਪੜਾ ਪਾੜ ਕੇ ਕਬੂਤਰ ਦੀਆਂ ਅੱਖਾਂ ਤੇ ਬੰਨ੍ਹ ਦਿੱਤਾ, ਨਾਲੇ ਆਪ ਦੀਆਂ ਅੱਖਾਂ ਤੇ ਬੰਨ੍ਹ ਲਿਆ ਵੀ ਹੁਣ ਇਹਦੀ ਧੌਣ ਮਰੋੜਾਂਗੇ। ਪਰ ਉਹ ਦ੍ਰਿਸ਼ ਅੰਦਰ ਬਣਿਆ ਪਿਆ। ਫਿਰ ਮਨ ਵਿੱਚ ਆਵਾਜ਼ ਆਈ ਕਿ ਤੈਨੂੰ ਅੰਦਰੋਂ ਵੀ ਪਰਮਾਤਮਾ ਦੇਖ ਰਿਹਾ ਹੈ। ਇਹਨੇ ਕਿਹਾ ਵੀ ਆਪਾਂ ਨੂੰ ਤਾਂ ਕੋਈ ਥਾਂ ਲੱਭੀ ਨਹੀਂ। ਮਹਾਂਪੁਰਖਾਂ ਨੇ ਕਿਹਾ ਸੀ ਵੀ ਜਿੱਥੇ ਕੋਈ ਨਾ ਦੇਖਦਾ ਹੋਵੇ ਉੱਥੇ ਮਾਰ ਲੈ। ਉਵੇਂ ਕਬੂਤਰ ਨੂੰ ਵਾਪਸ ਲੈ ਆਇਆ। ਬੇਨਤੀ ਕੀਤੀ ਮਹਾਂਪੁਰਖੋ ਮੈਨੂੰ ਕੋਈ ਐਸਾ ਥਾਂ ਨਹੀਂ ਮਿਲਿਆ, ਮੈਂ ਤੁਹਾਡਾ ਬਚਨ ਨਹੀਂ ਮੰਨ ਸਕਿਆ, ਮੈਥੋਂ ਕਬੂਤਰ ਨਹੀਂ ਮਾਰਿਆ ਗਿਆ। ਇਹਨੇ ਸਾਰੀ ਗੱਲਬਾਤ ਦੱਸੀ। ਮਹਾਂਪੁਰਖ ਕਹਿੰਦੇ ਭਾਈ ਬਸ ਸਾਨੂੰ ਤੇਰੇ ਵਰਗਾ ਹੀ ਚਾਹੀਦਾ ਸੀ, ਜਿਹੜਾ ਪਰਮਾਤਮਾ ਨੂੰ ਹਰ ਸਮੇਂ ਆਪਣੇ ਨੇੜੇ ਹਾਜ਼ਰ ਨਾਜ਼ਰ ਜਾਣੇ ਤੇ ਮਾੜੇ ਕਰਮ ਔਗਣਾਂ ਨੂੰ, ਪਾਪਾਂ ਨੂੰ ਤਿਆਗਣਾ ਕਰੇ। ਇਸ ਨੂੰ ਮਹਾਂਪੁਰਖਾਂ ਨੇ ਫਿਰ ਉਪਦੇਸ਼ ਬਖਸ਼ਿਆ। ਦੂਜਾ ਕਹਿੰਦਾ ਜੀ ਮੈਨੂੰ ਵੀ ਉਪਦੇਸ਼ ਬਖਸ਼ੋ, ਚੇਲਾ ਬਣਾਓ। ਮਹਾਂਪੁਰਖ ਕਹਿੰਦੇ ਭਾਈ ਤੂੰ ਅੱਜ ਕਬੂਤਰ ਦੀ ਧੌਣ ਮਰੋੜੀ ਹੈ, ਕੱਲ ਨੂੰ ਮੌਕਾ ਦੇ ਕੇ ਸਾਡੀ ਧੌਣ ਮਰੋੜ ਦੇਗਾ, ਤੇਰਾ ਕੀ ਪਤਾ।
ਜਿਹੜਾ ਸਿੱਖ ਹੈ ਉਹ ਸਾਧ ਸੰਗਤ ਇਹੋ ਜਿਹਾ ਹੋਣਾ ਚਾਹੀਦਾ ਹੈ, ਹਰ ਸਮੇਂ ਭਾਵੇਂ ਵਿਕਾਰ ਭੋਗਣ ਵਾਸਤੇ ਇਕਾਂਤ ਥਾਂ ਮਿਲ ਜਾਵੇ, ਪਰ ਉੱਥੇ ਵੀ ਪਾਪ ਕਰਨ ਵਾਸਤੇ ਮੌਕਾ ਮਿਲ ਜਾਵੇ, ਪਰ ਵਾਹਿਗੁਰੂ ਦਾ ਭੈ ਹਿਰਦੇ 'ਚ ਬਣਾ ਕਰਕੇ ਰੋਕਿਆ ਰਹੇ। ਭੈ ਵਿੱਚ ਬੈਸੈ ਭੈ ਰਹੈ, ਭੈ ਵਿੱਚ ਕਮਾਵੈ ਕਾਰ, ਐਥੈ ਸੁਖ ਵਡਿਆਈਆ ਦਰਗਹਿ ਮੋਖ ਦੁਆਰ। ਤੀਜੇ ਪਾਤਸ਼ਾਹ ਸਤਿਗੁਰੂ ਕਹਿੰਦੇ ਜਿਹੜਾ ਭੈ ਵਿੱਚ ਬੈਠਦਾ ਹੈ, ਭੈ ਵਿੱਚ ਰਹਿੰਦਾ ਹੈ, ਭੈ ਵਿੱਚ ਹੀ ਸਾਰੇ ਕਰਮ ਕਰਦਾ ਹੈ, ਉਹਨੂੰ ਇੱਥੇ ਸੰਸਾਰ ਵਿੱਚ ਸੁੱਖ ਵੀ ਮਿਲਦੇ ਨੇ, ਵਡਿਆਈਆਂ ਵੀ ਮਿਲਦੀਆਂ ਨੇ। ਇੱਥੇ ਸੁੱਖ ਵਡਿਆਈਆਂ, ਦਰਗਹਿ ਮੋਖ ਦੁਆਰ, ਪਰਮਾਤਮਾ ਦੀ ਦਰਗਾਹ ਵਿੱਚ ਜਾ ਕਰਕੇ ਮੁਕਤ ਹੋ ਜਾਂਦਾ ਹੈ। ਇਹ ਆਪਣੇ ਹਿਰਦੇ ਵਿੱਚ ਭੈ ਰੱਖਣਾ, ਇਹ ਖੱਲਾ ਹੈ, ਹਵਾ ਦੇਣੀ ਹੈ। ਅਗਨ ਤਪ ਤਾਓ, ਤੇ ਜਿਹੜਾ ਤਪ ਕਰਨਾ ਹੈ, ਤਪ ਨਾਮ ਹੈ ਚਿੱਤ ਦੀ ਇਕਾਗਰਤਾ ਦਾ। ਚਿੱਤ ਨੂੰ ਇਕਾਗਰ ਰੱਖਣਾ, ਜਿਹੜਾ ਮਨ ਵਿੱਚ ਕੋਈ ਨਾ ਕੋਈ ਸੰਕਲਪ ਉੱਠਦਾ ਰਹਿੰਦਾ ਨਾ, ਇੱਛਾ ਬਣੀ ਰਹਿੰਦੀ ਹੈ, ਮਨ ਕਿਸੇ ਨਾ ਕਿਸੇ ਵੇਗ ਵਿੱਚ ਵਹਿੰਦਾ ਰਹਿੰਦਾ ਹੈ, ਉਧਰੋਂ ਇਹਨੂੰ ਰੋਕਣਾ ਹੈ। ਇਹ ਸਾਧ ਸੰਗਤ ਤਪ ਹੈ। ਗੁਰ ਸੇਵਾ ਤਪਾ ਸਿਰ ਤਪ ਸਾਰ, ਗੁਰੂ ਦੀ ਸੇਵਾ ਕਰੇ ਭੈ ਵਿੱਚ ਰਹਿ ਕਰਕੇ। ਇਹ ਮਹਾਰਾਜ ਕਹਿੰਦੇ ਅੱਗ ਨੂੰ ਤਪਾਉਣਾ ਹੈ, ਤੇ ਜਿਹੜਾ ਪਰਮਾਤਮਾ ਦਾ ਭੈ ਰੱਖਣਾ ਹੈ, ਇਹ ਸਾਧ ਸੰਗਤ ਹਵਾ ਦੇਣੀ ਹੈ। ਜਿਵੇਂ ਅਸੀਂ ਗੁਰੂ ਸਾਹਿਬਾਂ ਦੀ ਸੇਵਾ ਕਰਦੇ ਹੋਈਏ, ਗੁਰੂ ਘਰ ਹੀ ਵੜ ਜਾਂਦੇ ਹਾਂ ਨਾ, ਬਸ ਉਦੋਂ ਹੀ ਮਨ 'ਚ ਭੈ ਰੱਖ ਲਓ, ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕੋਈ ਵੀ ਗਲਤੀ ਨਾ ਕਰੋ। ਕੋਈ ਵੀ ਕਰਮ ਕਰਦਿਆਂ ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਿ ਗੁਰੂ ਸਾਹਿਬ ਦੇਖ ਰਹੇ ਨੇ। ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਫਿਰ ਮਹਾਰਾਜ ਕਹਿੰਦੇ ਪਰਮਾਤਮਾ ਦਾ ਜਿਹੜਾ ਪ੍ਰੇਮ ਹੈ, ਇਹ ਭਾਂਡਾ ਬਣਾਉਣਾ ਕਰ। ਜਿਵੇਂ ਜਿਹੜਾ ਸੁਨਿਆਰ ਹੁੰਦਾ, ਉਹਦੇ ਕੋਲ ਕਠਾਲੀ ਹੁੰਦੀ ਹੈ, ਕਠਾਲੀ ਦੇ ਵਿੱਚ ਸੋਨੇ ਦੀ ਡਲੀ ਪਾ ਕਰਕੇ ਉਹਨੂੰ ਸਾਧ ਸੰਗਤ ਤਪਾਉਂਦਾ ਹੈ, ਪਿਘਲਾ ਲੈਂਦਾ। ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਦਾ ਪ੍ਰੇਮ ਹਿਰਦੇ 'ਚ ਪੈਦਾ ਕਰਨਾ ਹੈ, ਕਿ ਵਾਹਿਗੁਰੂ ਨੇ ਮੇਰੇ ਤੇ ਬੜਾ ਤਰਸ ਕੀਤਾ, ਮੈਨੂੰ 84 ਲੱਖ ਜੂਨਾਂ ਵਿੱਚੋਂ ਕੱਢ ਕੇ ਇਹ ਮਨੁੱਖਾ ਜਨਮ ਬਖਸ਼ਿਆ, ਮੈਨੂੰ ਗੁਰਸਿੱਖਾਂ ਦੇ ਘਰੇ ਜਨਮ ਦਿੱਤਾ ਹੈ। ਜੇ ਕਿਤੇ ਹੋਰ ਦੇਸ਼ ਦਰਾਡੇ ਕਿਤੇ ਹੋਰ ਜਨਮ ਦੇ ਦਿੰਦਾ, ਮੇਰਾ ਕੀ ਜ਼ੋਰ ਸੀ। ਮੈਨੂੰ ਪਦਾਰਥ ਦਿੱਤੇ ਨੇ, ਸੁੱਖ ਦਿੱਤੇ ਨੇ, ਜਾਇਦਾਦ ਧਨ ਦਿੱਤਾ ਹੈ, ਚੰਗੀ ਕਿਰਤ ਦਿੱਤੀ ਹੈ, ਪਰਿਵਾਰ ਦਿੱਤਾ ਹੈ, ਬੱਚੇ ਦਿੱਤੇ ਨੇ, ਇਹ ਸਭ ਕੁਝ ਦੇਖ ਕਰਕੇ ਉਹਦੇ ਨਾਲ ਪ੍ਰੇਮ ਲਾਉਣਾ। ਮੈਨੂੰ ਉਹਨੇ ਦੇਖਣ ਵਾਸਤੇ ਅੱਖਾਂ ਦਿੱਤੀਆਂ ਨੇ, ਜੇ ਅੱਖਾਂ ਹੀ ਕੱਢ ਲੈਂਦਾ ਮੇਰਾ ਕੀ ਜ਼ੋਰ ਸੀ। ਉਹਨੇ ਸੋਹਣਾ ਸੰਸਾਰ ਦੇਖਣ ਵਾਸਤੇ ਇਹ ਸੋਹਣੀਆਂ ਅੱਖਾਂ ਦਿੱਤੀਆਂ ਨੇ, ਕੰਨ ਦਿੱਤੇ ਨੇ ਆਵਾਜ਼ਾਂ ਸੁਣਨ ਵਾਸਤੇ, ਮੈਨੂੰ ਆਪਣੇ ਵਿਚਾਰ ਬੋਲਣ ਵਾਸਤੇ ਜੀਭ ਦਿੱਤੀ ਹੈ, ਚੱਲਣ ਵਾਸਤੇ ਪੈਰ ਦਿੱਤੇ ਨੇ। ਉਹ ਵੀ ਲੋਕ ਨੇ ਨਾ ਜਿਨ੍ਹਾਂ ਕੋਲ ਅੱਖਾਂ ਨਹੀਂ ਹਨ, ਜਿਹੜੇ ਗੂੰਗੇ ਹਨ, ਬੋਲੇ ਹਨ, ਪੈਰ ਨਹੀਂ ਹਨ ਚੱਲਣ ਵਾਸਤੇ। ਸਾਧ ਸੰਗਤ ਕਿੰਨਾ ਤਰਸ ਕੀਤਾ ਵਾਹਿਗੁਰੂ ਨੇ। ਵਾਹਿਗੁਰੂ ਨਾਲ ਪ੍ਰੇਮ ਲਾਵੇ, ਬਾਣੀ ਪੜ੍ਹ ਕੇ ਪ੍ਰੇਮ ਕਰੇ ਕਿ ਵਾਹਿਗੁਰੂ ਕਿੰਨਾ ਪਿਆਰਾ ਹੈ, ਕਿੰਨੀ ਸੋਹਣੀ ਉਹਦੀ ਕੁਦਰਤ ਹੈ, ਕਿੰਨੇ ਨਿਯਮ ਬਣੇ ਹੋਏ ਨੇ, ਸਾਰਿਆਂ ਦੀ ਪਾਲਣਾ ਕਰਦਾ ਹੈ, ਬਖਸ਼ ਲੈਂਦਾ ਹੈ। ਆਪਣੇ ਹਿਰਦੇ ਜਿਹੜਾ ਪਰਮਾਤਮਾ ਦਾ ਪ੍ਰੇਮ ਪੈਦਾ ਕਰਨਾ, ਇਹ ਭਾਂਡਾ ਹੈ। ਫਿਰ ਪ੍ਰੇਮ ਦੇ ਵਿੱਚ, ਭਾਂਡੇ ਦੇ ਵਿੱਚ ਕੋਈ ਚੀਜ਼ ਵੀ ਰੱਖੀ ਦੀ ਹੈ ਨਾ, ਜੇ ਸਾਡੇ ਕੋਲ ਕੋਈ ਭਾਂਡਾ ਹੋਵੇ, ਜਿਹੜਾ ਇਹ ਭਾਂਡਾ ਹੈ, ਕੁਠਾਲੀ ਹੈ, ਇਹ ਹੈ ਪ੍ਰੇਮ। ਅੰਮ੍ਰਿਤ ਤਿਤ ਢਾਲ, ਜਿਹੜਾ ਵਾਹਿਗੁਰੂ ਦਾ ਅੰਮ੍ਰਿਤ ਨਾਮ ਹੈ, ਗੁਰੂ ਦਾ ਅੰਮ੍ਰਿਤ ਸ਼ਬਦ ਹੈ, ਉਹਦੇ ਵਿੱਚ ਢਾਲਣਾ ਕਰ, ਪਾਉਣਾ ਕਰ ਇਸ ਭਾਂਡੇ 'ਚ। ਪ੍ਰੇਮ ਦੇ ਵਿੱਚ ਗੁਰੂ ਦੀ ਸਿਫਤ ਪਾ ਲੈ,
ਪ੍ਰੇਮ ਵਿੱਚ ਗੁਰੂ ਦੀ ਬਾਣੀ ਪਾ ਲੈ, ਪਰਮੇਸ਼ਰ ਦਾ ਨਾਮ ਪਾ ਲੈ, ਵੀ ਮੈਂ ਵਾਹਿਗੁਰੂ ਦਾ ਨਾਮ ਜਪਣਾ ਹੈ, ਮੈਨੂੰ ਗੁਰੂ ਸਾਹਿਬਾਂ ਦਾ ਹੁਕਮ ਹੈ ਨਾਮ ਜਪਣ ਵਾਸਤੇ। ਹੁਣ ਜੇ ਸਾਨੂੰ ਕੋਈ ਸਵਾਲ ਕਰ ਦਿੰਦਾ ਵੀ ਤੂੰ ਇੰਨੀ ਬਾਣੀ ਪੜ੍ਹਦਾ, ਇੰਨਾ ਗੁਰਦੁਆਰੇ ਜਾਂਦਾ, ਇੰਨੀ ਸੇਵਾ ਕਰਦਾ, ਤੈਨੂੰ ਕੁਝ ਮਿਲਿਆ ਨਹੀਂ, ਇਹ ਤਾਂ ਸਵਾਲ ਬਣਦਾ ਹੀ ਨਹੀਂ ਸਾਧ ਸੰਗਤ। ਅਸੀਂ ਸਿੱਧਾ ਹੀ ਕਹਿ ਸਕਦੇ ਹਾਂ ਵੀ ਮੇਰਾ ਗੁਰੂ ਦਾ ਹੁਕਮ ਹੈ, ਮੈਂ ਤਾਂ ਗੁਰੂ ਦਾ ਹੁਕਮ ਬਚਾਉਣ ਵਾਸਤੇ ਜਾਂਦਾ, ਗੁਰੂ ਦਾ ਹੁਕਮ ਮੰਨਣ ਵਾਸਤੇ, ਕਿ ਮੈਂ ਕਦੇ ਅਕਿਰਤ ਕੰਨ ਨਾ ਬਣ ਜਾ ਆਪਣੇ ਗੁਰੂ ਤੋਂ। ਮੇਰੇ ਗੁਰੂ ਨੇ ਹੁਕਮ ਕੀਤਾ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਤੂੰ ਗੁਰੂ ਦਰ ਤੇ ਆਇਆ ਕਰ, ਬਈ ਸੰਗਤ ਕਰਿਆ ਕਰ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਮੇਰਾ ਗੁਰੂ ਕਹਿੰਦਾ ਬਾਣੀ ਪੜਿਆ ਕਰ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਕਥਾ ਸੁਣਿਆ ਕਰ। ਮੇਰਾ ਗੁਰੂ ਕਹਿੰਦਾ ਪਰਮੇਸ਼ਰ ਦੀ ਕਥਾ ਸੁਣ, ਸਿਫਤ ਕਰ। ਤੈਨੂੰ ਇਹ ਸਮਾਂ ਦਿੱਤਾ ਹੈ ਵਾਹਿਗੁਰੂ ਨੇ, ਮੇਰੇ ਗੁਰੂ ਨੇ ਮੈਨੂੰ ਹੁਕਮ ਕੀਤਾ, ਮੈਂ ਉਹ ਮੰਨ ਰਿਹਾ, ਦੂਜਾ ਪ੍ਰਸ਼ਨ ਹੀ ਨਹੀਂ ਹੁੰਦਾ ਕੋਈ। ਤਾਂ ਸਤਿਗੁਰੂ ਜੀ ਕਹਿੰਦੇ ਤੂੰ ਪ੍ਰੇਮ ਰੂਪ ਭਾਂਡੇ ਵਿੱਚ ਉਸ ਵਾਹਿਗੁਰੂ ਦੀ ਸਿਫਤ ਦਾ ਅੰਮ੍ਰਿਤ ਪਾਉਣਾ ਕਰ। ਘੜੀਐ ਸ਼ਬਦ ਸੱਚੀ ਟਕਸਾਲ, ਫਿਰ ਇਥੋਂ ਤੈਨੂੰ ਸ਼ਬਦ ਘੜਿਆ ਜਾਵੇਗਾ। ਸ਼ਬਦ ਕੀ ਹੈ? ਸਾਡੇ ਅੰਦਰਲੇ ਵਿਚਾਰ, ਜਿਹੜੇ ਸਾਡੇ ਅੰਦਰੋਂ ਸ਼ਬਦ ਉੱਠਦੇ ਨੇ ਨਾ, ਉਹ ਕਿਸੇ ਐਸੇ ਥਾਂ ਤੋਂ ਉੱਠ ਰਹੇ ਨੇ ਜਿੱਥੇ ਸਾਡੀ ਹਉਮੈ ਵੀ ਹੈ, ਸਾਡੀ ਅਗਿਆਨਤਾ ਵੀ ਹੈ, ਸਾਡੇ ਅੰਦਰ ਸਾਡੇ ਜਨਮਾਂ ਦੇ ਕੀਤੇ ਹੋਏ ਕਰਮ ਹਨ, ਉਸ ਥਾਂ ਤੋਂ ਉੱਠ ਰਹੇ ਨੇ। ਪਰ ਜਦੋਂ ਅਸੀਂ ਉਹਨਾਂ ਨੂੰ ਗੁਰੂ ਦੇ ਸ਼ਬਦ ਨਾਲ, ਜਿਵੇਂ ਸਤਿਗੁਰਾਂ ਨੇ ਸਾਨੂੰ ਦੱਸ ਦਿੱਤਾ ਵੀ ਜਤ ਰੱਖ, ਧੀਰਜ ਰੱਖ, ਆਪਣੀ ਮਤ ਨੂੰ ਅਹਿਰਨ ਦੀ ਤਰ੍ਹਾਂ ਬਣਾ ਲੈ, ਆਪਣੇ ਅੰਦਰ ਪਰਮੇਸ਼ਰ ਦਾ ਭੈ ਰੱਖ, ਗੁਰੂ ਦੀ ਸੇਵਾ ਰੂਪ ਤਪ ਕਰ, ਆਪਣੇ ਅੰਦਰ ਪ੍ਰੇਮ ਪੈਦਾ ਕਰ, ਇਹ ਭਾਂਡਾ ਬਣਾ, ਆਪਣੇ ਅੰਦਰ ਗੁਰੂ ਦੇ ਸ਼ਬਦ ਰੂਪ ਅੰਮ੍ਰਿਤ ਨੂੰ ਪਾ। ਜਦੋਂ ਇੰਨਾ ਕੁਝ ਕਰਾਂਗੇ ਤਾਂ ਜਿਹੜੇ ਅੰਦਰਲੇ ਸ਼ਬਦ ਨੇ ਉਹਨਾਂ ਦੀ ਇੱਕ ਬਨਾਵਟ ਬਣ ਜਾਣੀ। ਘੜੀਐ ਸ਼ਬਦ, ਉਹ ਘੜਿਆ ਜਾਣਾ ਹੈ, ਜਿਵੇਂ ਗਹਿਣਾ ਘੜਿਆ ਜਾਂਦਾ ਹੈ। ਜਦੋਂ ਸੁਨਿਆਰ ਗਹਿਣੇ ਨੂੰ ਘੜਦਾ ਹੈ ਨਾ, ਫਿਰ ਉਹ ਸਾਧ ਸੰਗਤ ਪਹਿਨਣ ਯੋਗ ਬਣ ਜਾਂਦਾ ਹੈ। ਇਸ ਤਰ੍ਹਾਂ ਹੀ ਜਦੋਂ ਤੇਰੇ ਅੰਦਰੋਂ ਸ਼ਬਦ ਘੜਿਆ ਜਾਵੇਗਾ, ਫਿਰ ਉਹ ਦੂਜਿਆਂ ਦੇ ਸੁਣਨ ਯੋਗ ਬਣ ਜਾਏਗਾ। ਜਿਹੜੇ ਮਹਾਂਪੁਰਖ ਨੇ ਉਹ ਸ਼ਬਦ ਨੂੰ ਘੜਦੇ ਨੇ ਤੇ ਫਿਰ ਉਹਨਾਂ ਦਾ ਸ਼ਬਦ ਉੱਚਾ ਸੁੱਚਾ ਬਣ ਜਾਂਦਾ ਹੈ। ਘੜੀਐ ਸ਼ਬਦ ਸੱਚੀ ਟਕਸਾਲ, ਸਤਿਗੁਰੂ ਮਹਾਰਾਜ ਕਹਿੰਦੇ ਜਿਵੇਂ ਟਕਸਾਲ ਦੇ ਵਿੱਚ ਸਿੱਕੇ ਘੜੇ ਜਾਂਦੇ ਨੇ ਨਾ, ਹੁਣ ਆਪਣਾ ਦੇਸ਼ ਦੀ ਕਰੰਸੀ ਹੈ, ਉਹ ਕਿਸੇ ਥਾਂ ਤੇ ਤਿਆਰ ਹੁੰਦੀ ਹੈ ਤੇ ਉਹਨੂੰ ਟਕਸਾਲ ਕਿਹਾ ਜਾਂਦਾ, ਜਿੱਥੇ ਸਿੱਕਾ ਘੜਿਆ ਜਾਂਦਾ ਉਹਨੂੰ ਟਕਸਾਲ ਕਿਹਾ ਜਾਂਦਾ ਹੁੰਦਾ। ਇਸ ਤਰ੍ਹਾਂ ਹੀ ਮਹਾਰਾਜ ਕਹਿੰਦੇ ਜਦੋਂ ਤੇਰੇ ਅੰਦਰੋਂ ਸ਼ਬਦ ਘੜਿਆ ਗਿਆ, ਫਿਰ ਉਹ ਤੂੰ ਪਰਮਾਤਮਾ ਦੀ ਦਰਗਾਹ 'ਚ ਪ੍ਰਵਾਨ ਹੋ ਜਾਏਗਾ ਸੱਚ ਦੇ ਨਾਲ। ਇਹ ਸੱਚੀ ਟਕਸਾਲ ਹੈ। ਸਤਿਗੁਰੂ ਕਹਿੰਦੇ ਜਨ ਕੋ ਨਦਰ ਕਰਮ ਤਿਨ ਕਾਰ। ਸਿੱਧ ਕਹਿਣ ਲੱਗੇ ਮਹਾਰਾਜ ਇਹ ਕਾਰ ਕਿਸੇ ਨੂੰ ਮਿਲੀ ਵੀ ਹੈ, ਜਿਹੜਾ ਇਹ ਕੰਮ ਤੁਸੀਂ ਦੱਸਿਆ। ਮਹਾਰਾਜ ਕਹਿੰਦੇ ਜਨ ਕੋ ਨਦਰ ਕਰਮ, ਜਿਨ੍ਹਾਂ ਦੇ ਉੱਪਰ ਵਾਹਿਗੁਰੂ ਦੀ ਨਜ਼ਰ ਹੋ ਜਾਂਦੀ ਹੈ, ਉਹਨਾਂ ਨੂੰ ਫਿਰ ਆਪਣੇ ਜੀਵਨ ਅੰਦਰ ਨਿਸ਼ਕਾਮ ਕਰਮ ਪ੍ਰਾਪਤ ਹੁੰਦੇ ਨੇ। ਨਿਸ਼ਕਾਮ ਕਰਮ ਹੁੰਦਾ ਵੀ ਇੱਛਾ ਤੋਂ ਰਹਿਤ। ਜਿਵੇਂ ਅਸੀਂ ਗੁਰਦੁਆਰੇ ਆਉਂਦੇ ਹਾਂ, ਸੇਵਾ ਕਰਦੇ ਹਾਂ, ਘਰੇ ਬੈਠ ਕੇ ਬਾਣੀ ਪੜ੍ਹਦੇ ਹਾਂ, ਨਿਤਨੇਮ ਸੇਵਾ ਜੋ ਵੀ ਅਸੀਂ ਕਰਦੇ ਹਾਂ, ਸੰਗਤ ਕਰਦੇ ਹਾਂ, ਉਹਦੇ ਵਿੱਚ ਜੇ ਤਾਂ ਸਾਡੀ ਇੱਛਾ ਹੈ ਫਿਰ ਉਹ ਹੈ ਸਕਾਮ ਕਰਮ। ਜੇ ਸਾਡੀ ਇੱਛਾ ਹੈ, ਜੇ ਇੱਛਾ ਤੋਂ ਰਹਿਤ ਕਰਦੇ ਹਾਂ, ਕੋਈ ਇੱਛਾ ਨਹੀਂ, ਕੇਵਲ ਬਸ ਬਾਣੀ ਪੜ੍ਹਨੀ ਹੈ, ਸ਼ੁਕਰਾਨਾ ਕਰ ਦੇਣਾ, ਮਾਫੀ ਮੰਗ ਲੈਣੀ। ਮਹਾਰਾਜ ਆਪ ਜੀ ਦੀ ਕਿਰਪਾ ਦੇ ਨਾਲ ਬਾਣੀ ਦਾ ਪਾਠ ਆਪ ਜੀ ਨੇ ਕਰਵਾਇਆ ਹੈ, ਸੇਵਾ ਕਰਵਾਈ ਹੈ, ਸੰਗਤ ਕਰਾਈ ਹੈ, ਦਰਸ਼ਨ ਬਖਸ਼ੇ ਨੇ, ਲੱਖ ਲੱਖ ਸ਼ੁਕਰਾਨਾ ਹੈ। ਕਿਰਪਾ ਕਰਕੇ ਇਸੇ ਤਰ੍ਹਾਂ ਤਰਸ ਕਰਕੇ ਮੈਨੂੰ ਆਪਣੀ ਸੇਵਾ 'ਚ ਲਾਈ ਰੱਖਿਓ।
ਮੈਥੋਂ ਆਪਣਾ ਬਾਣੀ ਦਾ ਪਾਠ ਕਰਵਾ ਲਿਆ ਕਰੋ, ਮੈਨੂੰ ਭੈ ਬਖਸ਼ੋ, ਮੈਨੂੰ ਮਾੜੇ ਕਰਮਾਂ ਤੋਂ ਹਟਾ ਕਰਕੇ ਚੰਗੇ ਕਰਮਾਂ 'ਚ ਲਾਓ, ਮੈਨੂੰ ਆਪਣਾ ਸਿੱਖ ਬਣਾ ਲਓ, ਮੈਨੂੰ ਸਿੱਖੀ ਦਾਤ ਬਖਸ਼ੋ, ਮੈਨੂੰ ਵੀ ਉਹਨਾਂ ਗੁਰਮੁਖਾਂ ਵਾਲਾ ਜੀਵਨ ਬਖਸ਼ੋ ਜਿਨ੍ਹਾਂ ਦਾ ਮੈਂ ਪੜ੍ਹਦਾ ਹਾਂ, ਸੁਣਦਾ ਹਾਂ ਇਤਿਹਾਸ ਵਿੱਚ। ਇਸ ਤਰ੍ਹਾਂ ਭਾਵਨਾ ਰੱਖਣੀ। ਨਿਸ਼ਕਾਮ ਕਰਮ ਕੀਤਿਆਂ ਮਹਾਰਾਜ ਕਹਿੰਦੇ 3 ਕਾਰ ਉਹਨਾਂ ਕੋਲੋਂ ਇਹ ਕਾਰ ਹੋ ਜਾਂਦੀ ਹੈ। ਫਿਰ ਉਹਨਾਂ ਅੰਦਰ ਹੀ ਜਤ ਕਾਇਮ ਹੁੰਦਾ ਹੈ, ਧੀਰਜ ਵੀ ਉਹਨਾਂ ਦੇ ਅੰਦਰ ਬਣਦੀ ਹੈ, ਉਹਨਾਂ ਦੀ ਮੱਤ ਅਚਲ ਰਹਿੰਦੀ ਹੈ, ਡੋਲਦੀ ਨਹੀਂ। ਫਿਰ ਉਹਨਾਂ ਦੇ ਅੰਦਰ ਭੈ ਵੀ ਪੈਦਾ ਹੋ ਜਾਂਦਾ ਹੈ, ਉਹ ਤਪ ਰੂਪ ਅਗਨੀ ਵੀ ਤਪਾਉਂਦੇ ਨੇ, ਪ੍ਰੇਮ ਵੀ ਪੈਦਾ ਹੋ ਜਾਂਦਾ ਹੈ, ਪ੍ਰੇਮ ਦੇ ਨਾਲ ਗੁਰੂ ਦੇ ਸ਼ਬਦ ਦਾ ਜਾਪ ਪੜ੍ਹਦੇ ਨੇ, ਜਾਪ ਕਰਦੇ ਨੇ, ਬਾਣੀ ਪੜ੍ਹਦੇ ਨੇ, ਸ਼ਬਦ ਗਾਉਂਦੇ ਨੇ। ਫਿਰ ਮਹਾਰਾਜ ਕਹਿੰਦੇ ਉਹਨਾਂ ਨੂੰ ਇਹ ਕਾਰ ਮਿਲਦੀ ਹੈ, ਨਾਨਕ ਨਦਰੀ ਨਦਰ ਨਿਹਾਲ। ਸਤਿਗੁਰੂ ਨਾਨਕ ਦੇ ਮਹਾਰਾਜ ਫਰਮਾਉਂਦੇ, ਭਾਈ ਨਦਰੀ, ਨਦਰੀ ਕਹਿੰਦੇ ਨੇ ਵਾਹਿਗੁਰੂ, ਜਿਹਦੇ ਤੇ ਨਦਰੀ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੀ ਨਜ਼ਰ ਹੋ ਜਾਂਦੀ ਹੈ, ਉਹ ਨਿਹਾਲ ਹੋ ਜਾਂਦਾ ਹੈ। ਨਿਹਾਲ ਕਹਿੰਦੇ ਦੁੱਖਾਂ ਤੋਂ ਰਹਿਤ, ਆਨੰਦ ਹੀ ਆਨੰਦ ਹੋ ਜਾਂਦਾ ਹੈ, ਉਹਦੇ ਅੰਦਰ ਕੋਈ ਦੁੱਖ ਨਹੀਂ ਰਹਿੰਦਾ। ਹੁਣ ਜਿੱਥੇ ਜਿੱਥੇ ਸਤਿਗੁਰਾਂ ਨੇ ਆਪਣੀ ਨਜ਼ਰ ਕਰ ਦਿੱਤੀ, ਉਹਨਾਂ ਨੂੰ ਨਿਹਾਲ ਕਰ ਦਿੱਤਾ ਨਾ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੀ ਭਲਾ ਕਰਦੇ ਨੇ, ਜਿਹਦੇ ਤੇ ਆਪਣੀ ਨਜ਼ਰ ਕਰ ਦਿੰਦੇ। ਠੱਗਾਂ ਦੇ ਪਿੰਡ ਗਏ, ਚੌਧਰੀ ਨੇ ਆਪਣੇ ਘਰੇ ਰੱਖ ਲਿਆ, ਸੋਚਿਆ ਰਾਤ ਨੂੰ ਸਾਰਾ ਕੁਝ ਲੁੱਟ ਲਵਾਂਗਾ। ਸਤਿਗੁਰੂ ਜੀ ਅੰਮ੍ਰਿਤ ਵੇਲੇ ਹੀ ਉਹਨਾਂ ਦੇ ਸੁੱਤੇ ਪਿਆਂ ਹੀ ਨਗਰ ਤੋਂ ਬਾਹਰ ਚਲੇ ਗਏ। ਭਾਈ ਮਰਦਾਨਾ ਬਾਲਾ ਨਾਲ ਨੇ। ਇੱਧਰ ਨਗਰ ਵਾਲਿਆਂ ਨੇ ਰਲ ਮਿਲ ਕੇ ਸੋਚਿਆ ਵੀ ਏਡਾ ਵੱਡਾ ਸ਼ਾਹੂਕਾਰ ਆਇਆ ਸੀ, ਸਾਡਾ ਕੰਮ ਹੈ ਲੋਕਾਂ ਨੂੰ ਲੁੱਟਣਾ ਮਾਰਨਾ, ਤੇ ਸਾਡੇ ਹੱਥੋਂ ਕਿਵੇਂ ਨਿਕਲ ਗਿਆ। 4 ਆਦਮੀ ਉਹਨਾਂ ਨੂੰ ਸ਼ਾਸਤਰ ਦੇ ਕਰਕੇ ਪਿੱਛੇ ਭੇਜਿਆ ਵੀ ਜਾਓ, ਜਾਂ ਤਾਂ ਮਾਰ ਕੇ ਆਉਣੇ ਆ ਜਾਂ ਬੰਨ੍ਹ ਕੇ ਲੈ ਕੇ ਆਓ ਵਾਪਸ। ਉਹ ਗਏ, ਸਤਿਗੁਰਾਂ ਨੂੰ ਡਰਾਵੇ ਦੇਣ ਲੱਗੇ, ਤੁਹਾਨੂੰ ਮਾਰ ਦੇਣਾ ਹੈ, ਸੁੱਟ ਦੇਣਾ ਇੱਥੇ ਹੀ। ਮਹਾਰਾਜ ਕਹਿੰਦੇ ਚਲੋ ਠੀਕ ਹੈ, ਪਰ ਸਾਡਾ ਸੰਸਕਾਰ ਕਰ ਦਿਓ, ਮਾਰ ਕੇ ਨਾ ਸੁੱਟ ਦਿਓ। ਸਾਡੇ ਪਿੰਡਾਂ ਦੀ, ਸਾਡੇ ਪਰਿਵਾਰਾਂ ਦੀ ਮਰਿਆਦਾ ਹੈ। ਕਹਿੰਦੇ ਸੰਸਕਾਰ ਕਿਵੇਂ ਕਰਾਂਗੇ, ਇੱਥੇ ਤਾਂ ਕੋਈ ਅੱਗ ਵੀ ਲੱਕੜ ਵੀ ਨਹੀਂ ਹੈ। ਮਹਾਰਾਜ ਕਹਿੰਦੇ ਉਹ ਦੇਖੋ ਇੱਕ ਅੱਗ ਬਲੀ ਜਾਂਦੀ ਹੈ, ਸਿਵਾ ਬਲੀ ਜਾਂਦਾ, ਉੱਥੋਂ ਲੈ ਆਓ। 2 ਜਾਣੇ ਗੁਰੂ ਸਾਹਿਬਾਂ ਕੋਲ ਖੜ ਕੇ ਪਹਿਰਾ ਦੇਣ ਲੱਗ ਪਏ, 2 ਜਾਣੇ ਅੱਗ ਲੈਣ ਚਲੇ ਗਏ। ਇਹਨਾਂ ਨੇ ਦੇਖਿਆ ਵੀ ਇੱਕ ਬੰਦੇ ਨੂੰ ਬੜਾ ਕੁੱਟ-ਕੁੱਟ ਕੇ ਭਿਆਨਕ ਰੂਪ ਵਾਲੇ ਆਦਮੀ ਲਈ ਜਾਂਦੇ ਨੇ, ਕੁੱਟੀ ਜਾਂਦੇ ਨੇ। ਬਚਾ ਕੇ ਜੇ ਨਿਕਲ ਗਏ, ਜਿੱਥੇ ਸਿਵਾ ਬਲਦਾ ਸੀ ਉੱਥੋਂ 2-4 ਲੱਕੜਾਂ ਕੱਢ ਕਰਕੇ ਵਾਪਸ ਆਉਣ ਲੱਗੇ, ਦੇਖਿਆ ਵੀ ਆਦਮੀ ਤਾਂ ਉਹੀ ਹੈ, ਪਰ ਇਹਨੂੰ ਤਾਂ ਬੜੇ ਸੋਹਣੇ ਸਰੂਪ ਵਾਲੇ ਲਿਜਾਈ ਜਾਂਦੇ ਨੇ। ਪੁੱਛਿਆ, ਕਹਿੰਦੇ ਵੀ ਇਹ ਬੰਦਾ ਪਹਿਲਾਂ ਕੁੱਟੀ ਜਾਂਦੇ ਸੀ ਤੇ ਹੁਣ ਤੁਸੀਂ ਇਹਨੂੰ ਬੜੇ ਸਤਿਕਾਰ ਨਾਲ ਪਾਲਕੀ 'ਚ ਬਿਠਾ ਕੇ ਲਿਜਾਈ ਜਾਂਦੇ ਹੋ। ਉਹ ਕਹਿੰਦੇ ਇਹ ਬੜਾ ਪਾਪੀ ਸੀ, ਇਹਦੀ ਬਲ ਦੀ ਚਿਖਾ ਵੱਲ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੀ ਅੰਮ੍ਰਿਤ ਨਿਗਾਹ ਪਾ ਦਿੱਤੀ ਹੈ, ਜਿਹਦੇ ਕਰਕੇ ਸਾਰੇ ਪਾਪ ਇਹਦੇ ਮਾਫ ਹੋ ਗਏ ਨੇ। ਤੇ ਹੁਣ ਅਸੀਂ ਇਹਨੂੰ ਗਣ ਲੈਣ ਵਾਸਤੇ ਆਏ ਆ, ਪਰਮਾਤਮਾ ਦੇ ਗਣ ਸੇਵਕ। ਇਹ ਕਹਿਣ ਲੱਗੇ ਉਹ ਸਤਿਗੁਰੂ ਨਾਨਕ ਦੇਵ ਜੀ ਕਿੱਥੇ ਆ, ਸਾਨੂੰ ਵੀ ਦੱਸੋ, ਅਸੀਂ ਵੀ ਉਹਨਾਂ ਦੇ ਦਰਸ਼ਨ ਕਰਨ। ਕਹਿੰਦੇ ਜਿਨ੍ਹਾਂ ਵਾਸਤੇ ਤੁਸੀਂ ਆ ਲੱਕੜਾਂ ਲੈ ਕੇ ਚੱਲੇ ਹੋ ਨਾ, ਜਿਨ੍ਹਾਂ ਨੂੰ ਮਾਰ ਰਹੇ ਹੋ, ਉਹ ਸਤਿਗੁਰੂ ਨਾਨਕ ਦੇਵ ਜੀ ਨੇ। ਮਨ ਵਿੱਚ ਭੈ ਪੈਦਾ ਹੋ ਗਿਆ। ਉਸੇ ਸਮੇਂ ਡਰ ਕੇ ਵੀ ਇਹ ਕੀ, ਅਸੀਂ ਤਾਂ ਸਤਿਗੁਰਾਂ ਨੂੰ, ਅਸੀਂ ਤਾਂ ਪਰਮਾਤਮਾ ਦੇ ਸਰੂਪ
ਪਰਮੇਸ਼ਰ ਦੇ ਪਿਆਰੇ ਮਹਾਂਪੁਰਖਾਂ ਨੂੰ ਇਸ ਤਰ੍ਹਾਂ ਮਾਰਨ ਲੱਗੇ ਸੀ, ਮਨ ਵਿੱਚ ਭੈ ਪੈਦਾ ਹੋ ਗਿਆ। ਸਾਧ ਸੰਗਤ ਉਸੇ ਸਮੇਂ ਫਿਰ ਨਿਮਰਤਾ ਦੇ ਨਾਲ ਇੱਥੋਂ ਤੱਕ ਆਪਣੇ ਮੂੰਹ 'ਚ ਘਾਹ ਪਾ ਕਰਕੇ ਬੇਨਤੀਆਂ ਕਰਕੇ ਹੱਥ ਜੋੜ ਕੇ ਨਮਸਕਾਰਾਂ ਕੀਤੀਆਂ, ਮਹਾਰਾਜ ਸਾਨੂੰ ਬਖਸ਼ ਲਓ, ਸਾਨੂੰ ਤੁਹਾਡੀ ਮਹਿਮਾ ਨਹੀਂ ਸੀ ਪਤਾ। ਫਿਰ ਜਿਹੜੇ ਦੂਜੇ ਦੋ ਪਹਿਰਾ ਦੇ ਰਹੇ ਸੀ ਉਹ ਪੁੱਛਦੇ ਤੁਹਾਨੂੰ ਕੀ ਹੋ ਗਿਆ, ਤੁਸੀਂ ਕਿਉਂ ਨਮਸਕਾਰਾਂ ਕਰੀ ਜਾਂਦੇ ਹੋ? ਫਿਰ ਇਹਨਾਂ ਨੇ ਸਾਰੀ ਗੱਲਬਾਤ ਦੱਸੀ ਵੀ ਇਹ ਤਾਂ ਸਤਿਗੁਰੂ ਨਾਨਕ ਦੇਵ ਜੀ ਨੇ, ਅਸੀਂ ਇਹਨਾਂ ਨੂੰ ਸ਼ਾਹੂਕਾਰ ਸਮਝੀ ਬੈਠੇ ਸੀਗੇ, ਇਹ ਤਾਂ ਪਰਮੇਸ਼ਰ ਦੇ ਪਿਆਰੇ ਸੰਤ ਨੇ, ਇਹਨਾਂ ਦੀ ਸੇਵਾ ਕਰੀਏ ਆਪਣੇ ਪਾਪ ਬਖਸ਼ੇ ਜਾਣਗੇ। ਫਿਰ ਸਾਰੇ ਜਾਣੇ ਆਪਣੇ ਨਗਰ ਵਿੱਚ ਲੈ ਕੇ ਆਏ, ਗੁਰੂ ਸਾਹਿਬ ਬੜੀ ਸੇਵਾ ਕੀਤੀ, ਬੇਨਤੀਆਂ ਕੀਤੀਆਂ, ਮਹਾਰਾਜ ਸਾਨੂੰ ਬਖਸ਼ ਲਓ। ਸਤਿਗੁਰੂ ਕਹਿੰਦੇ ਜਿਹੜਾ ਤੁਸੀਂ ਲੋਕਾਂ ਦਾ ਧਨ ਇਕੱਠਾ ਕੀਤਾ ਪਹਿਲਾਂ ਉਹ ਗਰੀਬਾਂ 'ਚ ਵੰਡੋ, ਫਿਰ ਆਪਣੀ ਕਿਰਤ ਕਰਿਆ ਕਰੋ ਹੱਕ ਸੱਚ ਦੀ। ਗੁਰਦੁਆਰਾ ਸਾਹਿਬ ਬਣਾਉਣਾ ਕੀਤਾ, ਮਹਾਰਾਜ ਕਹਿੰਦੇ ਇੱਥੇ ਬੈਠ ਕੇ ਸੰਗਤ ਕਰਿਆ ਕਰੋ। ਇਸ ਤਰ੍ਹਾਂ ਨਦਰ ਕਰ ਦਿੱਤੀ, ਠੱਗਾਂ ਤੋਂ ਸੰਤ ਸੇਵਕ ਬਣਾ ਦਿੱਤੇ, ਜਿਹਦੇ ਤੇ ਨਦਰ ਹੋ ਜਾਂਦੀ ਹੈ। ਮਹਾਰਾਜ ਬਚਨ ਕਰਦੇ, ਨਾਨਕ ਨਦਰੀ ਨਦਰ ਨਿਹਾਲ। ਇਹ ਭਾਈ ਜਿਹਦੇ ਤੇ ਵਾਹਿਗੁਰੂ ਦੀ ਇੱਕ ਵਾਰ ਨਦਰ ਪੈ ਜਾਂਦੀ ਹੈ ਨਾ, ਉਹ ਪਾਪੀ ਵੀ ਤਰ ਜਾਂਦੇ ਨੇ, ਉਹ ਸੰਤ ਭਗਤ ਬਣ ਜਾਂਦੇ ਨੇ। ਇਹ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਬਖਸ਼ਿਆ ਹੈ। ਸ੍ਰੀ ਜਪਜੀ ਸਾਹਿਬ ਦੀਆਂ 38 ਪੌੜੀਆਂ ਇੱਥੇ ਸਮਾਪਤ ਹੋ ਜਾਂਦੀਆਂ ਨੇ। ਕੱਲ ਨੂੰ ਸ਼ਲੋਕ ਦੀ ਵਿਚਾਰ ਸਰਵਣ ਕਰਾਂਗੇ। ਸਮਾਪਤੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਰੂਪ ਖਾਲਸਾ ਸਾਧ ਸੰਗਤ ਮਾਫੀ ਬਖਸ਼ ਦੇਣੀ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਜਨ ਕੋ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।